देश दुनिया च वसते पंजाबियों ਨੂੰ ਜੀ ਆਇਆਂ। मैं हरजिंदर सिंह रंधावा, तुम देख रहे हो पंजाब टेलीविजन और मेरे नाल सीनियर जर्नलिस्ट राजीव भास्कर जी और इंद्रप्रीत जी। मैं जी आया। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਹੜੇ ਚਿੱਠੀਆਂ ਲਿਖ ਸਾਹ ਨਹੀਂ ਸੀ ਲੈਣ ਦਿੰਦੇ, ਹੁਣ ਚਿੱਠੀਆਂ ਲੈਣ ਤੋਂ ਵੀ ਇਨਕਾਰੀ ਨੇ। ਪੰਜਾਬ ਦੇ ਗਵਾਂਢੀ ਸੂਬੇ ਰਾਜਸਥਾਨ ਤੇ ਹਰਿਆਣਾ ਹਰ ਹਫ਼ਤੇ ਚਿੱਠੀ ਲਿਖਦੇ ਸੀ, ਪਾਣੀ ਛੱਡੋ ਪਾਣੀ ਛੱਡੋ। ਹੁਣ ਜਦੋਂ ਕ੍ਰਿਸ਼ਨ ਕੁਮਾਰ ਨੇ ਸਖਤ ਚਿੱਠੀ ਲਿਖੀ ਕਿ ਤੁਹਾਡੇ ਹਿੱਸੇ ਦਾ 31,000 ਕਿਊਸਕ ਪਾਣੀ ਖਲੋਤਾ ਲੈਂਦੇ ਕਿਉਂ ਨਹੀਂ, ਕਹਿੰਦੇ ਨਾ ਨਾ ਅਸੀਂ ਨਹੀਂ ਲੈਣਾ। ਮੈਂ ਇੱਕ ਵਾਰੀ ਫਿਰ ਯਾਦ ਕਰਾਵਾਂ, ਕੁਝ ਦਿਨ ਪਹਿਲਾਂ ਜਦੋਂ ਭਾਖੜਾ ਨੰਗਲ ਡੈਮ ਤੋਂ ਥੱਲਿਓਂ ਫਲੱਡ ਗੇਟ ਖੋਲੇ ਜਾਣੇ ਸੀਗੇ, ਉਸ ਵੇਲੇ ਕ੍ਰਿਸ਼ਨ ਕੁਮਾਰ ਨੇ ਲੱਤ ਡਾਹ ਕੇ ਕਿਹਾ ਸੀ ਕਿ ਇਹਦੇ ਤੋਂ ਬਚਿਆ ਜਾ ਸਕਦਾ, ਪੰਜਾਬ ਰੁੜ ਜਾਊਗਾ, ਤੇ ਉਹ ਬਚਾਅ ਹੋ ਗਿਆ। ਹੁਣ ਤੱਕ ਪਾਣੀ ਥੋੜਾ ਕਰਕੇ ਤਾਂ ਛੱਡਿਆ ਜਾ ਰਿਹਾ, ਪਰ ਪੰਜਾਬ ਡੁੱਬਣੋਂ ਕਾਫੀ ਹੱਦ ਤੱਕ ਬਚ ਗਿਆ। ਹੁਣ ਦੂਜੀ ਵਾਰੀ ਉਹਨਾਂ ਨੇ ਸਾਫ਼ ਅਲਟੀਮੇਟਮ ਦਿੱਤਾ ਵੀ ਪਾਣੀ ਲੈਣਾ ਨਹੀਂ ਤੇ ਮੈਂ ਲੱਗਿਆ ਜੇ ਛੱਡਣ। ਔਰ ਇਹ ਧਮਕੀ ਨਹੀਂ, ਇਹ ਉਹਨੇ ਕਰਕੇ ਵੀ ਵਿਖਾਇਆ। 15,000 ਕਿਊਸਕ ਪਾਣੀ ਛੱਡਿਆ, ਕਹਿੰਦੇ 500 ਹੋਰ ਛੱਡਦੇ ਰਹਿਣਾ ਮੈਂ ਹਰੀਕੇ ਹੈਡਵਰਕਸ ਤੋਂ। ਸਵਾਲ ਇਸ ਗੱਲ ਦਾ ਨਹੀਂ ਹੈ ਕਿ ਕੀਤਾ ਕੀ ਜਾ ਰਿਹਾ, ਸਵਾਲ ਇਸ ਗੱਲ ਦਾ ਹੈ ਕਿ ਸਿਧਾਂਤਕ ਤੌਰ ਤੇ ਤੁਸੀਂ ਹੁਣ ਕਿਵੇਂ ਭੱਜ ਸਕਦੇ ਹੋ। ਅਫਸਰਾਂ ਦੀ ਵਿਲ ਪਾਵਰ, ਅਫਸਰਾਂ ਦਾ ਸਟੈਂਡ ਲੈਣਾ ਬੜਾ ਜ਼ਰੂਰੀ ਹੈ। ਇਕੱਲੇ ਪੋਲੀਟੀਸ਼ੀਅਨਸ ਤੇ ਅਸੀਂ ਟੇਕ ਨਹੀਂ ਰੱਖ ਸਕਦੇ। ਦੂਜਾ ਮਾਮਲਾ ਬਾਬੇ ਸੀਚੇਵਾਲ ਨਾਲ ਜੁੜਿਆ। ਤੁਹਾਨੂੰ ਇੱਕ ਅਰਸਾ ਪਹਿਲਾਂ ਦੀ ਉਹ ਘਟਨਾ ਯਾਦ ਹੋਣੀ ਹੈ, ਜਦੋਂ ਮੁੱਖ ਮੰਤਰੀ ਸਾਹਿਬ ਗਏ ਸੀ ਬਾਬਾ ਸੀਚੇਵਾਲ ਕੋਲੋਂ ਤੇ ਚੂਲੀ 'ਚ ਭਰ ਕੇ ਪਾਣੀ ਪੀਂਦੇ ਦੇਖੇ ਸੀ, ਤੇ ਫਿਰ ਕੁਝ ਦਿਨ ਹਸਪਤਾਲ ਗੁਜ਼ਾਰ ਕੇ ਆਏ ਸੀ। ਜਿਵੇਂ ਕਹਿੰਦੇ ਨਾ ਕਿ ਕੁਝ ਦਿਨ ਤੋਂ ਬਤਾਓ ਗੁਜਰਾਤ ਮੈਂ। ਇਸੇ ਤਰ੍ਹਾਂ ਕੱਲ ਸੀਚੇਵਾਲ ਸਾਹਿਬ ਨੇ ਬੇੜੀ 'ਚ ਬਿਠਾ ਲਏ ਮੁੱਖ ਮੰਤਰੀ, ਨਾਲ ਹੋਰ ਵੀ ਲਾਂਗੜ ਭੁੰਗੜ ਚੜ ਗਏ, ਬੇੜੀ ਡੋਲ ਗਈ। ਕੱਲ ਪਤਾ ਲੱਗਿਆ ਵੀ ਸੁਰੱਖਿਆ ਅਧਿਕਾਰੀਆਂ 'ਚ ਖਲਬਲੀ ਮੱਚੀ ਰਹੀ ਵੀ ਹੋ ਕੀ ਰਿਹਾ। ਵੈਸੇ ਹੋ ਸਕਦਾ ਵੀ ਅੱਜ ਕੋਈ ਜਾਂਚ ਜੂਚ ਆਰਡਰ ਹੋ ਜੇ ਕਿ ਮੁੱਖ ਮੰਤਰੀ ਦੀ ਜਾਨ ਖਤਰੇ 'ਚ ਪਾਉਣ ਲਈ ਜ਼ਿੰਮੇਵਾਰ ਕੌਣ ਨੇ। ਅਸੀਂ ਤੀਜੇ ਮਾਮਲੇ ਤੇ ਚੱਲਦੇ ਹਾਂ। ਗਵਰਨਰ ਪੰਜਾਬ ਚਰਚਾ 'ਚ ਰਹਿੰਦੇ ਨੇ, ਚਰਚਾ 'ਚ ਰਹਿਣਾ ਉਹਨਾਂ ਨੂੰ ਆਉਂਦਾ ਹੈ। ਜਦੋਂ ਵਿਧਾਨ ਸਭਾ ਕਹਿੰਦੀ ਸੀ ਕਿ ਅੱਜ ਤੋਂ ਜਾਓ, ਅਸੀਂ ਤੁਹਾਨੂੰ ਚਾਂਸਲਰ ਨਹੀਂ ਮੰਨਦੇ, ਅਸੀਂ ਤਾਂ ਆਪਣੇ ਮੁੱਖ ਮੰਤਰੀ ਨੂੰ ਮੰਨਾਂਗੇ, ਚਾਂਸਲਰ ਯੂਨੀਵਰਸਿਟੀਜ਼ ਦੇ। ਤੇ ਕੱਲ ਗਵਰਨਰ ਸਾਹਿਬ ਨੇ ਇੱਕ ਚਾਰਜ ਦੇਣ ਤੇ ਸਹੀ ਪਾ ਕੇ ਉਹਨਾਂ ਨੂੰ ਕਿਹਾ ਵੀ ਜਾਓ, ਤੁਹਾਡੇ ਕਾਗਜ਼ਾਂ ਪੱਤਰਾਂ ਨੂੰ ਮੈਂ ਨਹੀਂ ਮੰਨਦਾ। ਆ ਚੱਲਦੇ ਆ ਚੌਥੇ ਸਵਾਲ ਤੇ। ਚੌਥਾ ਸਵਾਲ ਆ ਤੈਮ ਸਾਡੇ ਨਾਲ ਜੁੜਿਆ ਕਿ ਜਿਹੜਾ ਸੋਸ਼ਲ ਮੀਡੀਆ, ਡਿਜੀਟਲ ਮੀਡੀਆ, ਉਹ ਹਾਈ ਕੋਰਟ ਬੰਬੇ ਵਾਲੀ ਕਹਿੰਦੀ ਆ ਵੀ ਹੁਣ ਇੱਕ ਕੀੜੀ ਮਾਰਨ ਲਈ ਹਥੌੜਾ ਵਿਧਾਨ ਕਿਉਂ ਲਿਆਉਂਦੇ ਹੋ ਬਈ। ਇਹ ਸਵਾਲ ਬੜਾ ਹੈ, ਦਿਲਚਸਪ ਹੈ, ਦਿੱਤੇ ਜਾਂਦੇ ਆ। ਲਾਸਟ ਵਿੱਚ ਚੱਲਦੇ ਆ UCC ਦੇ ਉੱਤੇ। ਇਹ ਵਾਰਾਖਾਂਦੀ ਪੋਲਿਟਿਕਸ ਦੇ ਵੀ ਜ਼ਿਕਰ ਹੈ, ਅਕਾਲੀ ਸਿਆਸਤ ਦੇ ਜ਼ਿਕਰ ਹੈ, ਉਹਨਾਂ ਦੇ ਉੱਤੇ ਜਾਂਦੇ ਆ। ਮੈਂ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਤੁਹਾਡੇ ਤੋਂ ਸਮਝਣਾ ਚਾਹੁੰਦਾ, ਇੱਕ ਵਾਰੀ ਫਿਰ ਕ੍ਰਿਸ਼ਨ ਕੁਮਾਰ ਨੇ ਦਿਖਾਇਆ ਦਮ। ਕ੍ਰਿਸ਼ਨ ਕੁਮਾਰ ਨੇ ਗਵਾਂਢੀ ਸੂਬਿਆਂ ਨੂੰ ਕਿਹਾ ਬਣਦੇ ਹਿੱਸੇ ਦਾ ਪਾਣੀ ਕਿਉਂ ਨਹੀਂ ਲੈਂਦੇ। ਉਹ ਕਹਿੰਦੇ ਨਾ ਬਾਬਾ ਨਾ ਪਾਣੀ ਦਾ ਤੇ ਨਾ ਲਿਓ। ਇਹਨਾਂ ਨੇ ਫਿਰ ਚਿੱਠੀ ਹੋਰ ਸਖਤ ਲਿਖਤੀ, ਪੁਰਾਣੀਆਂ ਚਿੱਠੀਆਂ ਦੇ ਹਵਾਲੇ ਹੋਣਗੇ ਵੀ ਕੋਈ ਹਫ਼ਤਾ ਸੁੱਕਾ ਛੱਡਿਆ ਜਾਂ ਜਦੋਂ ਕਹਿੰਦੇ ਸੀ ਪਾਣੀ ਛੱਡੋ, ਤੇ ਹੁਣ ਪਾਣੀ ਲੈਂਦੇ ਕਿਉਂ ਨਹੀਂ, ਡੁੱਬਣ ਲਈ ਇਕੱਲੇ ਅਸੀਂ ਆ। ਇਹੋ ਜਿਹੇ ਅਫਸਰਾਂ ਦੇ ਸਟੈਂਡ ਪੰਜਾਬ ਨੂੰ ਸਟੈਂਡ ਤੇ ਖੜਾ ਕਰਦੇ ਆ, ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਦੇਖੋ ਕੱਲ ਜਿਹੜਾ ਇਹ ਸੀਗਾ, ਜਿਹੜੀ ਉਹ ਚਿੱਠੀ ਪਾਈ ਆ ਉਹਨਾਂ ਨੇ ਕਿ ਬਈ 31,000 ਕਿਊਸਿਕ ਪਾਣੀ ਘੱਟੋ ਘੱਟ ਤੁਸੀਂ ਲੈ ਸਕਦੇ ਹੋ। ਰਾਜਸਥਾਨ ਵੀ ਲੈ ਸਕਦਾ, ਹਰਿਆਣਾ ਵੀ, ਦੋਨੋਂ ਮਿਲਾ ਕੇ 18,000 ਮੇਰੇ ਖਿਆਲ ਇਹਦੇ ਵਿੱਚ ਜਾ ਸਕਦਾ ਹੈ ਹਰਿਆਣੇ ਕੋਲ, ਔਰ 15,000 ਜਿਹੜਾ ਹੈਗਾ ਰਾਜਸਥਾਨ ਨੂੰ ਵੀ ਛੱਡਿਆ ਜਾ ਸਕਦਾ। ਤੋਂ 31,000 ਤਾਂ ਅਸੀਂ ਦੇ ਹੀ ਸਕਦੇ ਸੀ। ਹੁਣ ਅਸੀਂ ਤੁਸੀਂ ਦੇਖੋ ਜਿਹੜਾ ਪਿਛਲੇ ਇੱਕ ਹਫ਼ਤੇ ਤੋਂ ਲਗਭਗ 5 ਲੱਖ ਕਿਊਸਿਕ ਪਾਣੀ ਅਸੀਂ ਪਾਕਿਸਤਾਨ ਨੂੰ ਛੱਡਦਾ ਹੈ। ਜਦੋਂ ਇਹਨਾਂ ਦਿਨਾਂ 'ਚ ਪਾਕਿਸਤਾਨ ਨੂੰ ਛੱਡਿਆ ਜਾਂਦਾ, ਹਮੇਸ਼ਾ ਹੀ ਹੁੰਦਾ ਕਿ ਇਹਨਾਂ ਦਿਨਾਂ 'ਚ ਜਾਂਦਾ ਹੀ ਹੈ ਪਾਣੀ ਉਧਰ, ਤਾਂ ਪੰਜਾਬ ਤੇ ਇਹ ਇਲਜ਼ਾਮ ਲੱਗਦਾ ਹਮੇਸ਼ਾ ਹੀ ਕਿ ਪੰਜਾਬ ਰਾਜਸਥਾਨ ਤੇ ਹਰਿਆਣੇ ਨੂੰ ਤਾਂ ਪਾਣੀ ਦਿੰਦਾ ਨਹੀਂ, ਪਾਕਿਸਤਾਨ ਨੂੰ ਛੱਡਦੇ ਰਹਿੰਦੇ ਆ। ਤੇ ਉਂਝ ਕਹਿੰਦੇ ਆ ਕਿ ਸਾਡੇ ਕੋਲ ਪਾਣੀ ਹੈ ਨਹੀਂ। ਸਵਾਲ ਉਦੋਂ ਦਾ ਹੀ ਹੈ ਜਦੋਂ ਪਾਣੀ ਸਭ ਕੋਲ ਹੀ ਹੁੰਦਾ, ਉਦੋਂ ਤਾਂ ਵਾਧੂ ਪਾਣੀ ਹੁੰਦਾ, ਛੱਡਣਾ ਹੀ ਪੈਂਦਾ। ਹੁਣ ਤਾਂ ਅੱਜ ਤਾਂ ਆਪਣੀ ਜਾਨ ਬਚਾਉਣ ਦੇ ਲਾਲੇ ਪਏ ਹੋਏ, ਇਸ ਕਰਕੇ ਪਾਕਿਸਤਾਨ ਨੂੰ ਪਾਣੀ ਛੱਡਿਆ ਜਾ ਰਿਹਾ। ਅਦਰਵਾਈਜ਼ ਤਾਂ ਉਹ ਤਾਂ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ, ਹਰਿਆਣੇ ਨੂੰ ਵੀ ਉਹਨਾਂ ਨੇ ਕਿਹਾ ਹੈ ਔਰ ਰਾਜਸਥਾਨ ਨੂੰ ਵੀ ਉਹਨਾਂ ਨੇ ਕਿਹਾ ਹੈ। ਉਹਨਾਂ ਦੇ ਚੀਫ ਇੰਜੀਨੀਅਰ ਨੂੰ ਬਕਾਇਦਾ ਚਿੱਠੀ ਪਾਈ ਹੈ ਕਿ ਬਈ ਤੁਸੀਂ ਅਸੀਂ 15,000 ਹਰੀਕੇ ਹੈਡਵਰਕਸ ਤੋਂ ਛੱਡ ਰਹੇ ਹਾਂ ਤੇ ਹਰ ਘੰਟੇ ਬਾਅਦ 500 ਜਿਹੜਾ ਕਿਊਸਿਕ ਪਾਣੀ ਉਹ ਇਸ 'ਚ ਵਧਾਇਆ ਜਾਊਗਾ। ਉਹ ਇਸ ਕਰਕੇ ਵੀ ਉਹ ਥੋੜਾ ਟੈਕਨੀਕਲ ਹੈ ਕਿ ਨਹਿਰਾਂ ਟੁੱਟ ਨਾ ਜਾਣ, ਇੱਕਦਮ ਨਹੀਂ ਵਧਾ ਸਕਦੇ, ਸਲੋ ਕਰਕੇ ਉਹਦੇ ਵਿੱਚ ਪਾਣਾ ਹੁੰਦਾ। ਸੋ ਦੇਖੋ ਇਹ ਬੜੀ ਇੰਪੋਰਟੈਂਟ ਗੱਲ ਹੈ। ਹੁਣ
ਪੰਜਾਬ ਦੀ ਸਥਿਤੀ ਕੀ ਹੈ ਇਸ ਟਾਈਮ? ਪੰਜਾਬ ਦੀ ਸਥਿਤੀ 'ਚ ਇਹ ਹੈ ਕਿ ਉਜ ਨਦੀ ਵੱਲੋਂ ਜਿਹੜਾ ਜੰਮੂ ਕਸ਼ਮੀਰ ਵੱਲੋਂ ਵੀ ਸਾਡੇ ਕੋਲ ਪਾਣੀ ਆਈ ਜਾ ਰਿਹਾ ਹੈ, ਹਿਮਾਚਲ ਦੇ ਤਾਂ 2-3 ਪਾਸੇ ਤੋਂ ਪਾਣੀ ਆਈ ਜਾ ਰਿਹਾ ਹੈ। ਇਧਰੋਂ ਹਰਿਆਣਾ ਦੀ ਜਿਹੜੀ ਘੱਗਰ ਹੈਗੀ ਹੈ, ਉਹ ਜਿਹੜੀ ਹਿਮਾਚਲ 'ਚੋਂ ਘੱਗਰ ਆਉਂਦੀ ਹੈ, ਉਸ ਤੋਂ ਬਾਅਦ ਜਿਹੜੀ ਹਿਮਾਚਲ 'ਚੋਂ ਆਉਂਦੀ ਹੈ ਉਸ 'ਚ ਕੋਈ ਇੰਨਾ ਖਤਰਾ ਨਹੀਂ ਹੈ, ਉਹ ਠੀਕ ਠਾਕ ਚੱਲ ਰਹੀ ਹੈ। ਪਰ ਜਦੋਂ ਇਹਦੇ 'ਚ ਟਾਂਗਰੀ ਤੇ ਮਾਰਕੰਡਾ ਇਹ ਜਦੋਂ ਪਟਿਆਲੇ ਜਾ ਕੇ ਮਿਲਦੀਆਂ ਨੇ, ਉਦੋਂ ਬਹੁਤ ਜ਼ਿਆਦਾ ਫਿਰ ਮਾਰ ਪੈਂਦੀ ਹੈ। ਕਿ ਅੱਜ ਤੁਸੀਂ ਦੇਖੋ ਲਗਭਗ ਸੰਗਰੂਰ ਡਿਸਟ੍ਰਿਕਟ ਡੁੱਬਣ ਦੇ ਕਿਨਾਰੇ ਆਇਆ ਹੋਇਆ, ਪਟਿਆਲੇ ਦੇ ਵਿੱਚ ਪਾਣੀ ਹਜੇ ਤੱਕ ਨਹੀਂ ਨਿਕਲ ਰਿਹਾ। ਸੋ ਸਰਦੂਲਗੜ੍ਹ ਤੱਕ ਜਿਹੜਾ ਸਾਡਾ ਏਰੀਆ ਹੈ ਉਹ ਪੂਰਾ ਇਸ ਟਾਈਮ ਡੁੱਬਿਆ ਹੋਇਆ ਹੈ। ਜਦੋਂ ਇਸ ਤਰ੍ਹਾਂ ਦੀ ਸਥਿਤੀ ਆ ਰਹੀ ਹੈ, ਯਾਨੀ ਪੰਜਾਬ ਨੂੰ ਤਾਂ 3-3 ਪਾਸੇ ਤੋਂ ਪਾਣੀ ਆ ਰਿਹਾ ਹੈ। ਇਸੇ ਕਰਕੇ ਹੀ ਮੈਂ ਬਾਰ-ਬਾਰ ਪਹਿਲਾਂ ਵੀ ਆਪਣੇ ਪ੍ਰੋਗਰਾਮਾਂ 'ਚ ਇਹੀ ਕਿਹਾ ਸੀ ਵੀ ਪੰਜਾਬ ਕਿਉਂ ਕਹਿੰਦਾ ਹੁੰਦਾ ਕਿ ਜਿਹੜੇ ਪਾਣੀ ਹੈ ਤੇ ਹੱਕ ਉਹਦਾ ਹੈ। ਜਦੋਂ ਹੁਣ ਮਾਰ ਝੱਲਣੀ ਪੈ ਰਹੀ ਹੈ ਤਾਂ ਕੱਲਾ ਪੰਜਾਬ, ਬਾਕੀ ਚੁੱਪਚਾਪ ਬੈਠੇ ਨੇ, ਨਾ ਕੋਈ ਰਾਜਸਥਾਨ ਦਾ ਬੋਲ ਰਿਹਾ ਬੰਦਾ, ਬੋਲਣਾ ਤਾਂ ਦੂਰ, ਘੱਟੋ ਘੱਟ ਇਹੀ ਕਹੇ ਵੀ ਅਜੀ ਤੁਹਾਨੂੰ ਅਸੀਂ ਸਹਾਇਤਾ ਭੇਜਦੇ ਹਾਂ ਜੀ, ਬੋਲੋ ਕੀ ਚਾਹੀਦਾ ਹੈ। ਕੀ ਚੀਫ ਮਿਨਿਸਟਰ ਨੇ ਰਾਜਸਥਾਨ ਵਾਲੇ ਨੇ ਫੋਨ ਕੀਤਾ ਭਗਵੰਤ ਮਾਨ ਹੋਰਾਂ ਨੂੰ ਕਿ ਵੀ ਭਗਵੰਤ ਮਾਨ ਸਾਹਿਬ ਤੁਸੀਂ ਔਖੇ ਹੋਏ ਪਿਓ, ਸਾਨੂੰ ਦੱਸੋ ਸਾਡੇ ਵੱਲੋਂ ਕੀ ਇਮਦਾਦ ਚਾਹੀਦੀ ਹੈ। ਇਸ ਤਰ੍ਹਾਂ ਮੁੱਖ ਮੰਤਰੀ ਹਰਿਆਣੇ ਨੇ ਵੀ ਕੁਝ ਨਹੀਂ ਕਿਹਾ। ਚਲੋ ਹਰਿਆਣਾ ਦਾ ਤੁਸੀਂ ਮੰਨ ਸਕਦੇ ਹੋ ਵੀ ਹਰਿਆਣਾ 'ਚ ਯਮੁਨਾ 'ਚ ਵੀ ਬਾੜ ਆਈ ਹੋਈ ਹੈ, ਉਹ ਵੀ ਜੂਝ ਰਹੇ ਨੇ, ਪਰ ਰਾਜਸਥਾਨ ਤਾਂ ਬਿਲਕੁਲ ਸੁੱਕਾ ਪਿਆ, ਉਹਨੂੰ ਤਾਂ ਕੋਈ ਨਾ ਤੇ ਬਾਰਿਸ਼ ਹੋ ਰਹੀ ਹੈ, ਉਹਨਾਂ ਨੂੰ ਤਾਂ ਬਲਕਿ ਜਿਹੜਾ ਘੱਗਰ ਨਦੀ ਤੋਂ ਪਾਣੀ ਜਾਊਗਾ ਉਹਨਾਂ ਨੇ ਚੈਨਲਾਈਜ਼ ਕੀਤਾ ਹੋਇਆ, ਉਹ ਸਾਰਾ ਪਾਣੀ ਉਹਨਾਂ ਨੇ ਸੰਭਾਲ ਲੈਣਾ। ਪਰ ਪੰਜਾਬ ਦੀ ਸਥਿਤੀ ਦੇਖੋ ਕੀ ਹੈ, ਪੰਜਾਬ ਕਿੰਨੀ ਵਿਕਟ ਸਥਿਤੀ 'ਚ ਇਸ ਟਾਈਮ ਗੁਜ਼ਰ ਰਿਹਾ ਹੈ। ਸਾਡੀ ਸਾਰੀ, ਮੈਨੂੰ ਲੱਗਦਾ ਕਿ ਜੇ ਅਗਲੇ 5-7 ਦਿਨਾਂ ਤੱਕ ਹੋਰ ਪਾਣੀ ਨਾ ਨਿਕਲਿਆ, ਮੈਨੂੰ ਨਹੀਂ ਲੱਗਦਾ ਕਿ ਜਿੱਥੇ ਪਾਣੀ ਇਸ ਟਾਈਮ ਖੜਾ ਹੈ ਉੱਥੇ ਸਾਡੀ ਪੈੜੀ ਜਾਂ ਚਾਰਾ, ਇਹ ਤਾਂ ਦੋਨੋਂ ਹੀ ਫਸਲਾਂ ਜਿਹੜੀਆਂ ਹੈ ਬਿਲਕੁਲ ਬਰਬਾਦ ਹੋ ਜਾਣਗੀਆਂ। ਚਾਰੇ ਨਾਲ ਸਾਡੇ ਸੰਕਟ ਖੜਾ ਹੋ ਜਾਣਾ ਪਸ਼ੂਆਂ ਵਾਸਤੇ, ਔਰ ਪੈੜੀ ਨਹੀਂ ਖਰਾਬ ਹੋਈ ਤਾਂ ਕੰਟਰੀ ਵਾਸਤੇ ਖੜਾ ਹੋਣਾ ਹੈ। ਪੰਜਾਬ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਰੂਪ 'ਚ ਜ਼ਰੂਰ ਨੁਕਸਾਨ ਹੋਏਗਾ, ਜਿਹੜਾ ਮੈਨੂੰ ਲੱਗਦਾ ਕਿ ਉਹ ਕੋਈ ਨਾ ਕੋਈ ਹੋਰ ਫਸਲ ਬੀਜ ਕੇ ਝੇਲ ਲੈਣਗੇ, ਕਿਉਂਕਿ ਇਸ ਟਾਈਮ ਅਗਰ 5-7-10 ਦਿਨ ਤੱਕ ਪੈੜੀ ਹੋਰ ਨਹੀਂ ਲੱਗੀ ਤਾਂ ਫਿਰ ਪੈੜੀ ਲੱਗਣੀ ਵੀ ਨਹੀਂ ਹੈ, ਕਿਉਂਕਿ ਅੱਜ ਅਸੀਂ 15 ਜੁਲਾਈ 'ਚ ਬੈਠੇ ਹਾਂ। 15 ਜੁਲਾਈ ਤੇ 10 ਦਿਨ ਹੋਰ ਤੁਸੀਂ ਨਹੀਂ ਲਗਾਓ, 25 ਜੁਲਾਈ ਤੱਕ ਮੈਕਸਿਮਮ ਤੁਸੀਂ ਲਗਾ ਸਕਦੇ ਹੋ, ਉਹ ਵੀ ਬਾਸਮਤੀ। ਇਸ ਟਾਈਮ ਤੁਸੀਂ ਪਨੀਰੀ ਕਿੱਥੋਂ ਲੈ ਕੇ ਆਓ? ਸਭ ਤੋਂ ਵੱਡੇ ਸਵਾਲ ਤਾਂ ਇਦਾਂ ਦੇ ਖੜੇ ਹੋ ਗਿਆ ਕਿ ਤੁਹਾਨੂੰ ਪਨੀਰੀ ਨਹੀਂ ਮਿਲਣੀ। ਮੁੱਖ ਮੰਤਰੀ ਸਾਹਿਬ ਨੇ ਕਿਹਾ, ਕੱਲ ਮੈਂ ਇੱਕ ਵੀਡੀਓ ਦੇਖਿਆ ਸੀ, ਉਹਨਾਂ ਨੇ ਕਿਹਾ ਵੀ ਮੈਂ ਯੂਨੀਵਰਸਿਟੀ ਨੂੰ ਕਹਿਤਾ ਹੈ ਕਿ ਜਿੱਥੇ 'ਚ ਵੀ ਜਗ੍ਹਾ ਮਿਲਦੀ ਹੈ ਉੱਥੇ ਪਨੀਰੀ ਲਗਾ ਦਿਓ, ਆਪਾਂ ਕਿਸਾਨਾਂ ਨੂੰ ਹਰ ਹਾਲ 'ਚ ਇਹ ਚੀਜ਼ਾਂ ਦੇ ਦੇਣੀਆਂ। ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਚੀਜ਼ਾਂ ਹੁਣ ਇਸ ਸਭ ਨੂੰ ਸਾਥ ਦੇਣਾ ਚਾਹੀਦਾ ਸੀ। ਹਜੇ ਤੱਕ ਗਵਰਨਮੈਂਟ ਆਫ ਇੰਡੀਆ ਨੇ ਇੱਕ ਵੀ ਚਿੱਠੀ ਨਹੀਂ ਪਾਈ, ਇਹਨਾਂ ਨੂੰ ਕੋਈ ਫੋਨ ਨਹੀਂ ਕੀਤਾ ਕਿ ਤੁਹਾਨੂੰ ਕੀ ਸਹਾਇਤਾ ਚਾਹੀਦੀ ਹੈ ਦੱਸੋ, ਅਸੀਂ ਉਹਨੂੰ ਭੇਜਦੇ, ਸਿਵਾਏ ਇੱਕ NDRF ਦੀ ਟੀਮਾਂ ਤੋਂ ਸਾਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ਪੈਸੇ ਧੇਲੇ ਵੱਲੋਂ ਤਾਂ ਅਸੀਂ ਬਿਲਕੁਲ ਖਾਲੀ ਹੋਏ ਬੈਠੇ ਹਾਂ। ਸੋ ਇਹ ਸਾਰੇ ਸਵਾਲ ਬਹੁਤ ਜੁੜਦੇ ਨੇ ਅਹਿਮ, ਤੇ ਇਹਦੇ ਵਿੱਚ ਇਹ ਫੈਸਲਾ ਲੈਣਾ ਵੀ ਆਪਣਾ ਆਪਣਾ ਪਾਣੀ ਚੱਕੋ ਹਿੱਸੇ ਦਾ, ਤੇ ਕੋਈ ਅੱਗੇ ਨਹੀਂ ਆ ਰਿਹਾ, ਇਹ ਬਹੁਤ ਦੁਖਦ ਗੱਲ ਹੈ। ਹਾਂ ਭਾਸਕਰ ਸਾਹਿਬ, ਬਣਦਾ ਤਾਂ ਇਹ ਸੀ ਵੀ ਇਸ ਮੌਕੇ ਤੇ ਕੇਜਰੀਵਾਲ ਸਾਹਿਬ ਵੀ, ਭਾਵੇਂ ਉੱਥੇ ਵੀ ਜਮਨਾ ਦੇ ਪਾਣੀ ਨੇ ਮਾਰ ਕੀਤੀ ਆ, ਇੰਡੀਆ ਗੇਟ ਤੱਕ, ਲਾਲ ਕਿਲੇ ਦੇ, ਉਹ ਕਾਫੀ ਤਸਵੀਰਾਂ ਆ ਰਹੀਆਂ ਨੇ ਬਾਹਰ, ਔਰ ਦਿੱਲੀ ਸੰਕਟ 'ਚ ਹੈ। ਉੱਪਰੋਂ ਪ੍ਰਧਾਨ ਮੰਤਰੀ ਸਾਹਿਬ ਨੇ ਫਰਾਂਸ ਵਿੱਚੋਂ ਆਪਣੇ ਗ੍ਰਹਿ ਮੰਤਰੀ ਨੂੰ ਕਿਹਾ ਵੀ ਨਜ਼ਰਸਾਨੀ ਰੱਖੋ, ਮੈਨੂੰ ਦੱਸੋ ਰਿਪੋਰਟ। ਉੱਥੇ 3-3 4-4 ਹਾਕਮ ਬੈਠੇ ਆ, ਸਕਸੇਨਾ ਸਾਹਿਬ, ਬੈਲਜੀ ਬੈਠੇ ਨੇ, ਤੇ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਸੀ ਇੰਨੇ ਫੰਡ ਉਹਨਾਂ ਕੋਲ ਪਏ ਨੇ, ਕੋਈ 500-700 ਹਜ਼ਾਰ ਕਰੋੜ ਭਗਵੰਤ ਮਾਨ ਸਾਹਿਬ ਨੂੰ ਦੇ ਦਿੰਦੇ। ਦੂਜੀ ਗੱਲ, ਰਾਜਸਥਾਨ ਵਾਲੇ ਵੀ ਕੋਈ 500-700 ਕਰੋੜ ਦੀ ਆਫਰ ਕਰਦੇ। ਇੱਥੇ ਸਾਡੇ ਰੰਧਾਵਾ ਸਾਹਿਬ ਕਹਿੰਦੇ ਵੀ ਮੈਂ ਬਹੁਤ ਫੰਨੇ ਖਾਂ ਪੋਲਿਟਿਕਸ ਕਰਦਾ ਹਾਂ, ਮੈਂ ਬੜਾ ਵੱਡਾ ਪੋਲੀਟੀਕਲ ਹਸਤੀ ਹਾਂ, ਤੇ ਉਹਨਾਂ ਨੂੰ ਚਾਹੀਦਾ ਸੀ ਵੀ ਉੱਥੋਂ ਦੇ ਇੰਚਾਰਜ ਆ ਮੁੱਖ ਮੰਤਰੀ ਨੂੰ ਮਨਾ ਕੇ ਪ੍ਰੈਸ ਕਾਨਫਰੰਸ ਕਰਕੇ 500-700 ਕਰੋੜ ਦਾ ਚੈੱਕ ਲੈ ਕੇ ਤੇ ਇੱਥੇ ਮੁੱਖ ਮੰਤਰੀ ਨੂੰ ਦਿੰਦੇ, ਨਾਲੇ ਉਹਨਾਂ ਦਾ ਵੀ ਵੱਡਾ ਹੁੰਦਾ ਕੱਦ। ਤੇ ਬਾਕੀ ਭਾਸਕਰ ਸਾਹਿਬ, ਵੈਸੇ ਜਿੱਦਾਂ ਕ੍ਰਿਸ਼ਨ ਕੁਮਾਰ ਨੇ ਸਟੈਂਡ ਲਿਆ, ਜੇ ਪੰਜਾਬ ਦੇ ਬਾਕੀ ਅਫਸਰ ਵੀ ਲੈਣ ਲੱਗ ਜਾਣ, ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਦੇ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੇ ਦੇ ਖਿਤਾਬ ਨਾਲ ਨਾ ਨਵਾਜਣੇ ਪੈਣ, ਬਾਦਲ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵਰਗੇ ਸ਼ਾਸਕ ਨਾ ਐਲਾਨਣੇ ਪੈਣ, ਫਿਰ ਤਾਂ ਲੋਕ ਜਿਹੜੇ ਸਦਾ ਬਹਾਰ ਅਫਸਰ ਨੇ, ਉਹੀ ਸਰਕਾਰ ਨੇ, ਉਹਨਾਂ ਵੱਲ ਹੀ ਵੇਖਿਆ ਕਰਨਗੇ ਵੀ ਬੰਦਾ ਆਵੇ, ਆਪਣੀ ਹਿਸਟਰੀ 'ਚ ਆਪਣਾ ਨਾਂ ਦਰਜ ਕਰਾਵੇ। ਕਦੇ ਮਹਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਆਉਂਦਾ ਹੈ, ਉਸ ਤੋਂ ਬਾਅਦ ਕਿੰਨੇ ਕੁ ਅਫਸਰਾਂ ਦਾ ਜ਼ਿਕਰ ਆਉਂਦਾ, ਕੋਈ ਨਾਂ ਲਿਖਾਉਣਾ ਚਾਹੂਗਾ ਇਸ ਫਹਿਰਿਸਤ ਵਿੱਚ ਆਪਣਾ? ਜਿੱਥੇ ਤੱਕ ਕ੍ਰਿਸ਼ਨ ਕੁਮਾਰ ਦੀ ਉਹਨਾਂ ਦੀ ਗੱਲ ਹੈਗੀ ਹੈ, ਅੱਜ ਏਦਾਂ ਲੱਗਦਾ ਹੈ ਜਿੱਦਾਂ ਇੱਕ ਪਾਸੇ ਹਿਮਾਚਲ, ਦੂਜੇ ਪਾਸੇ ਹਰਿਆਣਾ ਤੇ ਰਾਜਸਥਾਨ, ਔਰ ਇੱਕ ਵਿੱਚ ਖੜੇ ਨੇ ਕ੍ਰਿਸ਼ਨ ਕੁਮਾਰ, ਉਹਨਾਂ ਗਟਕਾ ਪਾ ਰਹੇ ਨੇ, ਔਰ ਉੱਥੇ ਹਰਿਆਣਾ ਵੱਲ ਤਲਵਾਰ ਘੁਮਾ ਕੇ ਕਹਿੰਦੇ ਨਹੀਂ ਛੱਡਣਾ, ਹਿਮਾਚਲ ਵੱਲ ਇੱਕ ਪਾਸੇ ਮੈਸੇਜ ਭੇਜਦੇ ਨੇ ਵੀ ਜੇ ਛੱਡਿਆ ਤੇ ਗਲਤ ਹੋ ਜਾਊਗਾ।
ਦੂਜੇ ਪਾਸੇ ਹਰਿਆਣਾ ਤੇ ਰਾਜਸਥਾਨ ਜਿਹੜੇ ਪਾਣੀ ਕਰਦੇ ਸੀਗੇ। ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਵਾਦ ਵੀ ਪੈਦਾ ਹੋਇਆ ਸੀ ਜਦੋਂ ਬਠਿੰਡਾ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਹਨੂਮਾਨ ਬੈਨੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਨਵੇਂ ਦੋਸਤ ਬਣੇ ਨੇ, ਉਹਨਾਂ ਨੂੰ ਕੋਈ ਪਾਣੀ ਦੀ ਆਫਰ ਕਰਤੀ ਸੀ ਮੁੱਖ ਮੰਤਰੀ ਨੇ, ਬਾਅਦ ਚੋਂ ਭਾਵੇਂ ਮੁਕਰ ਗਏ ਸੀਗੇ। ਪਰ ਉਹ ਸਾਰੇ ਵਿਵਾਦਾਂ ਦੇ ਵਿੱਚ ਹੁਣ ਦੇਖੋ ਕ੍ਰਿਸ਼ਨ ਕੁਮਾਰ ਉਹਨਾਂ ਦਾ ਡਾਂਗ ਲੈ ਕੇ ਇੱਧਰ ਵੀ ਤੇ ਉੱਧਰ ਵੀ ਦੋਨੋਂ ਪਾਸੇ ਡਾਂਗ ਲੈ ਕੇ ਚੜ ਗਏ ਨੇ। ਹੁਣ ਦੂਜੇ ਪਾਸੇ ਜੇ ਗੱਲ ਕਰੀਏ ਹਰਿਆਣਾ ਦੀ, ਤੇ ਹਰਿਆਣਾ ਕੋਲ ਅਗਰ ਪਾਣੀ ਜਾਂਦਾ ਹੈ ਤੇ ਅਲਟੀਮੇਟਲੀ ਦਿੱਲੀ ਵਾਲਿਆਂ ਵਾਸਤੇ ਮੁਸੀਬਤ ਹੁੰਦੀ ਹੈ। ਉੱਥੇ ਬੈਠੇ ਨੇ ਸੁਪਰੀਮੋ, ਉਹ ਸੁਪਰੀਮੋ ਪੰਜਾਬ ਨੂੰ ਰੋਕਣਗੇ ਤੇ ਜ਼ਰੂਰ, ਪਰ ਰਾਜਸਥਾਨ ਵਾਲੀ ਸਾਈਡ ਕੀ ਦਿੱਕਤ ਹੈਗੀ ਹੈ? ਰਾਜਸਥਾਨ ਦੇ ਵਿੱਚ ਤੇ ਆਪਾਂ ਆਪਣੀ ਰਾਜਨੀਤੀ ਵੀ ਚਮਕਾਣੀ ਹੈ, ਔਰ ਰਾਜਸਥਾਨ ਨੂੰ ਪਾਣੀ ਲੈਣ ਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈਗੀ। ਕ੍ਰਿਸ਼ਨ ਕੁਮਾਰ ਵਰਗੇ ਅਫਸਰ ਨੂੰ ਸਟੈਂਡ ਲੈਣਾ ਪਿਆ, ਔਰ ਐਦਾਂ ਦੇ ਸਟੈਂਡ ਲੈਣ ਤੋਂ ਬਾਅਦ ਜੇ ਇਹ ਸਥਿਤੀ ਸੁਧਰਦੀ ਹੈ ਤੇ ਇਹਦਾ ਕ੍ਰੈਡਿਟ ਵੀ ਕ੍ਰਿਸ਼ਨ ਕੁਮਾਰ ਉਹਨਾਂ ਨੂੰ ਜਾਣਾ ਚਾਹੀਦਾ ਹੈ। ਇਹ ਬੜੀ ਸਿੰਪਲ ਜੀ ਸਥਿਤੀ ਹੈ। ਪੰਜਾਬ ਦੇ ਵਿੱਚ ਇੰਨਾ ਪਾਣੀ ਹੈ, ਔਰ ਪਾਣੀ ਦੀ ਮੰਗ ਹਰਿਆਣਾ ਰਾਜਸਥਾਨ ਸਾਲ ਦੇ ਵਿੱਚ ਲਗਾਤਾਰ ਚਿੱਠੀ ਭੇਜ ਕੇ ਕਰਦਾ ਵੀ ਦੋ ਪਾਣੀ। SYL ਦਾ ਮੁੱਦਾ ਸੁਪਰੀਮ ਕੋਰਟ ਤੋਂ ਲੈ ਕੇ ਕੇਂਦਰ ਸਰਕਾਰ ਦੇ ਵਿੱਚ ਬੈਠਕ ਮੀਟਿੰਗਾਂ ਦੇ ਦੌਰ ਦੇ ਵਿੱਚ ਵੀ ਬੈਠਾ ਰਿਹਾ, ਲੇਕਿਨ ਇਸ ਮੁੱਦੇ ਤੇ ਹੁਣ ਪਾਣੀ ਨਾ ਦੇਣਾ, ਇਹ ਤੇ ਦੇਣਾ ਪੈਣਾ। ਹੁਣ ਕ੍ਰਿਸ਼ਨ ਕੁਮਾਰ ਉਹਨਾਂ ਨੇ ਕਹਿਤਾ ਅੱਜ ਤੋਂ ਛੱਡਣਾ ਸ਼ੁਰੂ ਕਰਨਾ, 500 ਹਰ ਘੰਟੇ ਵਧਾ ਦੂੰਗਾ। ਇਹ ਚੰਗੀ ਗੱਲ ਹੈਗੀ ਹੈ, ਔਰ ਇਹ ਵਧਾਣਾ ਪੈਣਾ ਹੈ। ਇਹਦੇ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ ਹੈਗਾ। ਬਿਲਕੁਲ। ਔਰ ਮੈਨੂੰ ਇੰਜ ਲੱਗਦਾ ਹੈ ਕਿ ਜੇਕਰ ਕੋਈ ਰਿਕਾਰਡ ਚੈੱਕ ਕਰ ਲੇ ਪਿਛਲੇ 2 ਮਹੀਨਿਆਂ 'ਚ ਕੋਈ ਹਫ਼ਤਾ ਐਸਾ ਸੁੱਕਾ ਨਹੀਂ ਲੰਘਿਆ ਜਦੋਂ ਇਹਨਾਂ ਦੋਨਾਂ ਰਾਜਾਂ ਨੇ ਇਸ ਡਿਪਾਰਟਮੈਂਟ ਨੂੰ ਪਾਣੀ ਹੋਰ ਛੱਡਣ ਲਈ ਚਿੱਠੀ ਨਾ ਲਿਖੀ ਹੋਵੇ। ਤੇ ਅੱਜ ਕ੍ਰਾਈਸਿਸ ਦੇ ਵੇਲੇ ਉਹ ਆਪਣੇ ਹਿੱਸੇ ਦਾ ਹੀ ਪਾਣੀ ਲੈਣ ਤੋਂ ਮੁਨਕਰ ਹੋਏ ਪਏ ਨੇ, ਔਰ ਜਿਹਦੇ 'ਚ ਕ੍ਰਿਸ਼ਨ ਕੁਮਾਰ ਦੀ ਸਖਤ ਚਿੱਠੀ ਤੇ ਪਾਣੀ ਛੱਡ ਦਿੱਤੇ ਜਾਣ ਦੀ ਕਾਰਵਾਈ ਨੂੰ ਅਸੀਂ ਬਹੁਤ ਬਿਹਤਰ ਮੰਨਦੇ ਹਾਂ ਪੰਜਾਬ ਦੇ ਹਿੱਤਾਂ ਦੇ ਨਜ਼ਰੀਏ ਤੋਂ। ਮੈਂ ਇੰਦਰਪ੍ਰੀਤ ਜੀ ਦੂਜੀ ਖਬਰ ਵੱਲ ਜਾਣਾ। ਖਬਰ ਤਾਂ ਵੈਸੇ ਮਜ਼ਾਕ ਦਾ ਪਾਤਰ ਵੀ ਬਣਾਉਂਦੀ ਆ ਵੀ ਉਹ ਇੱਕ ਕਿਸ਼ਤੀ ਦੇ ਵਿੱਚ ਇੰਨੇ ਲੋਕ ਚੜ ਗਏ, ਕਿਸ਼ਤੀ ਕਦੇ ਇੱਧਰ ਕਦੇ ਉੱਧਰ, ਮੁੱਖ ਮੰਤਰੀ ਵਿੱਚ ਬੈਠੇ ਸੀ, ਚੰਡੀਗੜ੍ਹ ਬੈਠੇ ਅਧਿਕਾਰੀਆਂ ਦੇ ਸਾਹ ਫੁੱਲੇ ਹੋਣੇ ਆ। ਮੈਨੂੰ ਲੱਗਦਾ ਅੱਜ ਕੱਲ ADGP ਪਾਂਡੇ ਨੇ ਨਾ ਸੁਰੱਖਿਆ ਮੁੱਖ ਮੰਤਰੀ ਦੇ ਇੰਚਾਰਜ, ਮੈਨੂੰ ਲੱਗਦਾ ਉਹ ਤਾਂ ਪਾਣੀ ਘੜੀ ਮੁੜੀ ਪੀਂਦੇ ਹੋਣੇ ਆ ਵੀ ਇਹ ਕਰ ਕੀ ਰਹੇ ਆ। ਮੇਰੇ ਖਿਆਲ ਉਹ ਆਪਣੇ ਵਾਕੀ ਟਾਕੀ ਦੇ ਉੱਤੇ ਨਾਲ ਸੰਪਰਕ ਚ ਹੋਣੇ ਜਿਹੜਾ ਉੱਥੇ ਅਧਿਕਾਰੀ, ਉਹ ਕਹਿੰਦਾ ਹੁਣ ਮੈਂ ਕੀ ਕਰਾਂ, ਬਾਬਿਆਂ ਦੇ ਅੱਗੇ ਕਿਹਦੀ ਚੱਲਦੀ ਹੈ। ਸੋ ਮੈਨੂੰ ਇਸ ਗੱਲ ਨੂੰ ਸਮਝਾਇਓ ਬਈ ਕੱਲ ਮੁੱਖ ਮੰਤਰੀ ਸਾਹਿਬ ਵਾਲ ਬਚੇ, ਪਾਣੀ ਡੂੰਘਾ ਸੀ ਕਿ ਨਹੀਂ ਡੂੰਘਾ ਸੀ। ਦੂਜੇ ਬੰਨੇ ਪਿੱਛੇ ਇੱਕ ਵਾਰੀ ਜਦੋਂ ਗਏ ਸੀ ਤੇ ਬਾਬਾ ਜੀ ਨੇ ਕਿਹਾ ਵੀ ਪਾਣੀ ਪੀ ਕੇ ਵੇਖੋ ਪਈ ਦਾ ਪਾਣੀ, ਮੁੱਖ ਮੰਤਰੀ ਸਾਹਿਬ ਪੀ ਗਏ ਕਿਉਂਕਿ ਕੈਮਰੇ ਚੱਲਦੇ ਸੀ, ਮਨਾ ਉਹ ਕਰ ਨਹੀਂ ਸਕਦੇ, ਤੇ ਬਾਅਦ ਦੇ ਵਿੱਚ ਹਸਪੀਟਲ 'ਚ ਕੁਝ ਦਿਨ ਗੁਜ਼ਾਰ ਕੇ ਆਏ ਸੀ। ਸੋ ਮੈਨੂੰ ਜ਼ਰੂਰ ਸਮਝਾਓ ਕਿ ਇਹੋ ਜਿਹੇ ਮੌਕਿਆਂ ਤੇ ਮੁੱਖ ਮੰਤਰੀ ਵਰਗਾ ਪ੍ਰੋਟੋਕਾਲ, ਇਹਦੇ ਤੇ ਕੋਈ ਜਾਂਚ ਨਾ ਕਿਤੇ ਜਾਰੀ ਕਰ ਦੇਣ। ਬਾਬਾ ਵੇਖੋ, ਬਾਬਾਗਿਰੀ ਤਾਂ ਉਹ ਆ ਜਿਹੜੇ ਮਸਤ ਮੌਲਾ ਹੁੰਦੇ ਆ, ਜਾਂਚਾਂ ਦੀ ਕੀ ਲੋੜ ਆ, ਛੱਡੋ ਯਾਰ। ਕੀ ਕਹਿੰਦੇ ਦੇਖੋ ਰੰਧਾਵਾ ਸਾਹਿਬ, ਮੁੱਖ ਮੰਤਰੀ ਦੇ ਤੇ ਬਾਬਾ ਸੀਚੇਵਾਲ ਦੇ ਰਹਿਣ ਸਹਿਣ ਦੇ ਵਿੱਚ ਬਹੁਤ ਫਰਕ ਹੈ। ਬਾਬਾ ਸੀਚੇਵਾਲ ਸਾਲਾਂ ਬੱਧੀ ਉੱਥੇ ਕਾਲੀ ਬਈ ਸਾਫ਼ ਕਰ ਰਿਹਾ ਹੈ ਤੇ ਉੱਥੇ ਪਾਣੀ ਵੀ ਪੀ ਜਾਂਦੇ, ਤੇ ਉਹਨਾਂ ਦਾ ਤਾਂ ਮੈਨੂੰ ਲੱਗਦਾ ਹੈ ਪੇਟ ਉਸ ਤਰ੍ਹਾਂ ਦਾ ਹੀ ਸੈੱਟ ਹੋ ਗਿਆ, ਉਹਨਾਂ ਨੂੰ ਤਾਂ ਅਸਰ ਉਸਰ ਹੁੰਦਾ ਨਹੀਂ ਹੈ। ਪਰ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਮੁੱਖ ਮੰਤਰੀ ਨੇ 1 ਗਲਾਸ ਪਾਣੀ ਪੀ ਲਿਆ ਸੀਗਾ ਤਾਂ ਉਹ 6 ਦਿਨ ਲਗਭਗ ਹਸਪੀਟਲ 'ਚ ਰਹੇ ਸੀਗੇ, ਤੇ ਕੱਲ ਵੀ ਇਸੇ ਤਰ੍ਹਾਂ ਹੀ ਹੋਇਆ। ਠੀਕ ਹੈ, ਮਤਲਬ ਲੋਕਾਂ ਕੋਲੇ ਜਾਣਾ ਬਣਦਾ ਹੈ ਚੀਫ ਮਿਨਿਸਟਰ ਦਾ, ਪਰ ਮੈਨੂੰ ਲੱਗਾ ਕਿ ਸਿਕਿਉਰਿਟੀ ਨੂੰ ਖਤਰੇ 'ਚ ਪਾ ਕੇ ਨਹੀਂ, ਸਿਕਿਉਰਿਟੀ ਵੀ ਉਦੋਂ ਖਤਰੇ 'ਚ ਪਾਈ ਜਾ ਰਹੀ ਹੈ ਜਦੋਂ ਮਤਲਬ ਤੁਸੀਂ ਇਕੱਲੇ ਜਾਂ 2-3 ਅਧਿਕਾਰੀ ਜਾ ਸਕਦੇ ਆ ਇਕੱਲੀ ਉਹਦੇ ਵਿੱਚ, ਪਰ ਪੂਰੀ ਉਹ ਵੋਟ ਭਰ ਲਈ। ਉਹ ਵੋਟ ਇੰਨੀ ਜੋਗੀ ਹੈ ਨਹੀਂ ਸੀ, ਜਿਵੇਂ ਡੋਲ ਗਈ ਉੱਥੇ ਤਾਂ ਉਸ ਤੇ ਜਦੋਂ ਚੜਾਉਣ ਵੇਲੇ ਜਦੋਂ ਬੰਦੇ ਚੜਾਏ ਜਾ ਰਹੇ ਸੀਗੇ ਉਦੋਂ ਇਸ ਗੱਲ ਤੇ ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨੇ ਇਤਰਾਜ਼ ਕੀਤਾ ਸੀਗਾ ਕਿ ਤੁਸੀਂ ਇਹ ਜ਼ਿਆਦਾ ਕਰੀ ਜਾ ਰਹੇ ਹੋ, ਇਹ ਠੀਕ ਨਹੀਂ ਹੈ, ਇਹ ਗਿਲ ਜੇਗੀ। ਪਰ ਜਿਵੇਂ ਹੁੰਦਾ ਪੋਲੀਟੀਕਲ ਬੰਦੇ ਹੈ ਉਹ ਮੰਨਦੇ ਕਿੱਥੇ ਹੈ, ਬਾਬਾ ਜੀ ਵੀ ਨਹੀਂ ਮੰਨੇ ਵੀ ਕੋਈ ਗੱਲ ਨਹੀਂ ਜੀ ਆ ਜਾਣ ਦਿਓ, ਇਹਨੂੰ ਵੀ ਬਿਠਾ ਲਓ ਜੀ, ਇਹਨੂੰ ਵੀ ਬਿਠਾ ਲਓ। ਉਹ ਬਿਠਾਉਣ ਦੇ ਚੱਕਰ 'ਚ ਡੋਲ ਗਈ ਅੰਦਰ, ਤਾਂ ਬਹੁਤ ਮੁਸ਼ਕਿਲ ਨਾਲ ਬਚਾਅ ਹੋਇਆ। ਤੇ ਮੈਨੂੰ ਲੱਗਦਾ ਕਿ ਇਹ ਸਿਕਿਉਰਿਟੀ ਦੇ ਐਂਗਲ ਤੋਂ ਠੀਕ ਨਹੀਂ ਹੈਗਾ। ਕੱਲ ਤੱਕ ਦੇਰ ਰਾਤ ਤੱਕ ਅਸੀਂ ਬਹੁਤ ਇਹਦੀ ਤਲਾਸ਼ ਕਰਦੇ ਰਹੇ ਕਿ ਕੀ ਕੋਈ ਇਨਕੁਆਇਰੀ ਆਰਡਰ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ। ਹਜੇ ਤੱਕ ਤਾਂ ਮਤਲਬ ਨਹੀਂ ਕੀਤੀ, ਜਦੋਂ ਰਾਤੀ ਮੈਂ 11 ਵਜੇ ਤੱਕ ਚੈੱਕ ਕੀਤਾ ਉਦੋਂ ਤੱਕ ਤਾਂ ਨਹੀਂ ਕੀਤੀ ਜਾ ਰਹੀ ਸੀ। ਪਰ ਮੈਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਆਉਣ ਤੇ ਇਸ ਬਾਰੇ ਕੋਈ ਫੈਸਲਾ ਲਿਆ ਜਾਏਗਾ। ਹੁਣ ਇਹ ਇਨਕੁਆਇਰੀ ਦਾ ਆਰਡਰ ਹੋਏਗਾ ਕਿ ਨਹੀਂ ਇਹ ਤਾਂ ਮੁੱਖ ਮੰਤਰੀ ਦਾ ਤੇ ਪਤਾ ਚੱਲੇਗਾ। ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਫੋਟੋ ਖਿਚਾਉਣ ਦਾ ਇੱਕ ਮਤਲਬ ਚਸਕਾ ਜਿਹਾ ਹੈ ਸਾਰਿਆਂ ਦਾ, ਉਹ ਠੀਕ ਨਹੀਂ ਹੈ, ਕਈ ਵਾਰ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਅਸੀਂ ਕਈ ਵਾਰੀ ਆਮ ਜਿਹੜੇ ਸਟੂਡੈਂਟ ਹੁੰਦੇ ਆ ਉਹ ਵੀ ਤੁਸੀਂ ਦੇਖਿਆ ਹੋਣਾ, ਇਹਨਾਂ ਦੇ ਵਿੱਚ ਹੀ ਉੱਥੇ ਖੜ ਕੇ ਸੈਲਫੀਆਂ ਖਿੱਚਦੇ ਰਹਿੰਦੇ ਆ, ਤਾਂ ਉਹ ਵੀ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਆ, ਔਰ ਬਹੁਤ ਹਾਦਸੇ ਹੋਏ ਨੇ।
ਪਰ ਇੱਥੇ ਤਾਂ ਮੈਨੂੰ ਲੱਗਦਾ ਕਿ ਜਾਣਦੇ ਬੁੱਝਦੇ ਹੋਏ ਐਡੇ ਸੁਰੱਖਿਆ ਅਧਿਕਾਰੀ ਹੈ ਔਰ ਉਹ ਮਨਾ ਕਰ ਰਿਹਾ ਵੀ ਕਿਸ਼ਤੀ 'ਚ ਨਾ ਬਿਠਾਓ ਇੰਨੇ ਬੰਦੇ, ਫਿਰ ਵੀ ਬਿਠਾਈ ਜਾ ਰਹੇ ਆਪਾਂ, ਤਾਂ ਮੈਨੂੰ ਲੱਗਦਾ ਕਿ ਇਹ ਤਾਂ ਇੱਕ ਤਰ੍ਹਾਂ ਦੀ ਲਾਪਰਵਾਹੀ ਵੀ ਹੈ। ਦੇਖੋ, ਇਹ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਭਾਸਕਰ ਸਾਹਿਬ ਮੁੱਖ ਮੰਤਰੀ ਇਹੋ ਜਿਹੇ ਸੰਵੇਦਨਸ਼ੀਲ ਵਿਸ਼ੇ ਤੇ ਕੋਈ ਜਾਂਚ ਕਰਾਉਣੀ ਮੁਨਾਸਬ ਨਹੀਂ ਸਮਝਣਗੇ ਜੇ ਮੁੱਖ ਮੰਤਰੀ ਦੀ ਰਾਏ ਲਈ ਗਈ, ਜੇ ਮੁੱਖ ਮੰਤਰੀ ਨੇ ਆਰਡਰ ਕਰਨੇ ਹੋਏ। ਪਰ ਜੇ ਆਰਡਰ ਪ੍ਰੋਟੋਕਾਲ ਦੇ ਨਜ਼ਰੀਏ ਤੋਂ ਸੁਰੱਖਿਆ ਅਧਿਕਾਰੀ ਨੇ ਕਰਨੇ ਹੋਏ, ਵੈਸੇ ਸੁਰੱਖਿਆ ਅਧਿਕਾਰੀ ਵੀ ਚਰਚਾ 'ਚ ਰਹਿੰਦੇ ਹੁੰਦੇ, ਖੂਬੀ ਰਾਮ ਦਾ ਬੜਾ ਜ਼ਿਕਰ ਆਉਂਦਾ ਰਿਹਾ। ਇਹ ਪਾਂਡੇ ਸਾਹਿਬ ਤੇ ਜਰਾ ਹੋਰ ਨੇਚਰ ਦੇ ਬੰਦੇ ਨੇ, ਪਰ ਮੁੱਖ ਮੰਤਰੀ ਦੀ ਸੁਰੱਖਿਆ ਇਹ ਇਹਨਾਂ ਦਾ ਜਿੰਮਾ ਹੁੰਦਾ ਹੈ। ਭਾਸਕਰ ਸਾਹਿਬ, ਛੋਟੀ ਜਿਹੀ ਟਿੱਪਣੀ, ਲੰਬੀ ਚੌੜੀ ਨਾ ਦਿਓ, ਆਪਾਂ ਤੁਹਾਡੇ ਕੋਲ ਲੈਣਾ ਮੁੱਖ ਮੁੱਦਾ ਗਵਰਨਰ ਸਾਹਿਬ ਦਾ। ਗਵਰਨਰ ਸਾਹਿਬ ਪੰਜਾਬ ਸਰਕਾਰ ਨੂੰ ਦਿਖਾ ਰਹੇ ਸ਼ੀਸ਼ਾ। ਉਹ ਕਹਿੰਦੇ ਤੁਸੀਂ ਮੈਨੂੰ ਚਾਂਸਲਰ ਦੇ ਅਹੁਦੇ ਤੋਂ ਆਪ ਨਹੀਂ ਲਾ ਸਕਦੇ, ਉਹ ਤਾਂ ਮੇਰੀ ਮਰਜ਼ੀ ਹੈ ਕਿ ਮੈਂ ਉਹਦੇ ਉੱਤੇ ਸਾਈਨ ਕਰਨੇ ਕਿ ਨਹੀਂ ਕਰਨੇ, ਪਰ ਉਸ ਤੋਂ ਪਹਿਲਾਂ ਮੈਂ ਕੰਮ ਜ਼ਰੂਰ ਕਰਕੇ ਦਿਖਾਊਂਗਾ। ਮੈਂ ਕੰਮ ਕਰਦੇ ਰਹਿਣਾ, ਤੁਸੀਂ ਜ਼ੋਰ ਲਾ ਲਓ ਜਿਹੜਾ ਲਾਉਣਾ। ਇਹ ਦੋਵੇਂ ਚੀਜ਼ਾਂ ਨੂੰ ਇਕੱਠੀਆਂ ਕਰੋ। ਜਿੱਥੇ ਤੱਕ ਬਾਬਾ ਸੀਚੇਵਾਲ ਉਹਨਾਂ ਦੀ ਗੱਲ ਹੈਗੀ ਹੈ, ਇੱਕ ਪ੍ਰੋਟੋਕੋਲ ਹੈਗਾ, ਤੁਸੀਂ ਜਦੋਂ ਵੀ ਸੁਲਤਾਨਪੁਰ ਲੋਧੀ ਬਾਬਾ ਜੀ ਦੇ ਆਸ਼ਰਮ ਜਾਓ, ਸਭ ਤੋਂ ਪਹਿਲੇ ਤੇ ਤੁਹਾਨੂੰ ਚਾਹ ਚੂਹ ਜੀ ਪਿਆਉਂਦੇ ਨੇ, ਉਸ ਤੋਂ ਬਾਅਦ ਲੈ ਕੇ ਜਾਂਦੇ ਨੇ ਕਾਲੀ ਬਈ ਦੇ ਕੰਢੇ, ਔਰ ਉੱਥੋਂ ਇੱਕ ਮੀਟਰ ਜਿਹਾ ਚੱਕਦੇ ਨੇ, ਇੱਕ ਗਲਾਸ ਚੱਕਦੇ ਨੇ, ਗਲਾਸ ਆਲਰੇਡੀ ਰੈਡੀ ਹੁੰਦਾ ਹੈ, ਉਹ ਪਾਣੀ ਭਰਦੇ ਨੇ ਗਲਾਸ ਦੇ ਵਿੱਚ, ਮੀਟਰ ਪਾਉਂਦੇ ਨੇ, ਉਹ ਕੁਝ ਦੱਸਦੇ ਨੇ ਵੀ ਇਹ ਬਿਲਕੁਲ ਸਾਫ਼ ਹੈ ਪਾਣੀ। ਫਿਰ ਉਸ ਤੋਂ ਬਾਅਦ ਆਪ ਪੀਂਦੇ ਨੇ, ਫਿਰ ਦੂਜਾ ਗਲਾਸ ਭਰ ਕੇ ਜਿਹੜਾ ਬੰਦਾ ਜਾਂਦਾ ਉਹਨੂੰ ਵੀ ਪਿਆਉਂਦੇ ਨੇ। ਇਹੀ ਸਭ ਕੁਝ ਜਦ ਭਗਵੰਤ ਮਾਨ ਉਹਨਾਂ ਨਾਲ ਹੋਇਆ, ਹੁਣ ਉਹ ਮੁੱਖ ਮੰਤਰੀ ਬਣ ਗਏ ਸੀ, ਹੁਣ ਉਹਨਾਂ ਦਾ ਪੇਟ ਦੇ ਵਿੱਚ ਉਹ ਹਾਜ਼ਮਾ ਥੋੜਾ ਜਿਹਾ ਨਾ, ਕਿਉਂਕਿ ਜਦ ਤੁਸੀਂ ਮਹਿਲਾਂ ਦੇ ਵਿੱਚ ਰਹਿੰਦੇ ਹੋ ਤੇ ਤੁਹਾਡਾ ਖਾਣਾ ਪੀਣਾ ਵੀ ਚੇਂਜ ਹੋ ਜਾਂਦਾ। ਜੇ ਸਤੋਜ ਦੇ ਮਹਾਰਾਜਾ ਟਾਈਪ ਹੁੰਦੇ ਤੇ ਗੱਲ ਦੂਜੀ ਸੀਗੀ, ਹੁਣ ਤੇ ਮੁੱਖ ਮੰਤਰੀ ਸੀਗੇ ਉਹ, ਤੇ ਫਿਰ ਉਹ ਪੇਟ ਖਰਾਬ ਹੋ ਗਿਆ ਸੀ ਉਹਨਾਂ ਦਾ ਕੱਲ। ਔਰ ਬਾਬਾ ਜੀ ਬੋਟ ਚਲਾਉਣ ਦੇ ਵਿੱਚ ਬੜੇ ਐਕਸਪਰਟ ਨੇ। ਅਸੀਂ ਕਈ ਵਾਰ ਬਾਬਾ ਜੀ ਦੇ ਨਾਲ ਬੋਟ ਦੇ ਵਿੱਚ ਸੈਰ ਕੀਤੀ ਹੋਈ ਹੈ। ਇਹ ਘੁਮਾਉਂਦੇ ਨੇ ਬਿਲਕੁਲ ਗੇੜੇ, ਗੋਲ ਗੋਲ ਏਦਾਂ ਘੁਮਾ ਕੇ ਲੈ ਕੇ ਜਾਂਦੇ ਨੇ, ਤੁਹਾਨੂੰ ਲੱਗਦਾ ਵੀ ਇਹਨਾਂ ਤੇ ਕੋਈ ਐਕਸਪਰਟ ਬੋਟ ਚਲਾਉਣ ਵਾਲਾ ਨਹੀਂ ਹੋਏਗਾ। ਕੱਲ ਉਹ ਬੋਟ ਡੋਲ ਗਈ। ਹੁਣ ਮੁੱਖ ਮੰਤਰੀ ਬੋਟ ਦੇ ਵਿੱਚ ਬਹਿਨੇ ਹੋਣ ਤੇ ਲਾਈਨਾਂ ਤੇ ਬੜੀ ਲੱਗਦੀ ਹੈ, ਮੈਂ ਵੀ ਬਾਬਾ ਜੀ, ਮੈਂ ਵੀ, ਕਿਉਂਕਿ ਬਾਬਾ ਜੀ ਦੀ ਬੜੀ ਬਣਾਈ ਬਹੁਤ ਹੈ। ਤੇ ਬਾਬਾ ਜੀ ਕਿਸੇ ਨੂੰ ਸਾਰੂ ਮੋਬਿਲਾਈਜ਼ ਕਰ ਰਹੇ ਸੀਗੇ, ਤੇ ਉਹ ਜਿਹੜੇ ਬਾਬਾ ਜੀ ਦੇ ਇੱਕ ਯੂਨੀਫਾਰਮ ਟਾਈਪ ਹੈਗੀ ਹੈ, ਉੱਦਾਂ ਦੇ ਵੀ ਕਾਫੀ ਸਾਰੇ ਬੰਦੇ ਉੱਥੇ ਚੜ ਗਏ ਸੀਗੇ ਤੇ ਡੋਲਣੀ ਸੀਗੀ ਬੋਟ। ਬੋਟ ਦੀ ਵਿੱਚ ਕੈਪੈਸਿਟੀ ਹੁੰਦੀ ਹੈ, ਜੇ 10 ਬੰਦਿਆਂ ਦੀ ਜਗ੍ਹਾ ਤੁਸੀਂ 20 ਬੰਦੇ ਬਿਠਾ ਦੋਗੇ ਤੇ ਬੋਟ ਕੀ ਕਰੂਗੀ? ਉੱਤੇ ਮੁੱਖ ਮੰਤਰੀ ਦਾ ਬੋਝ, ਮੁੱਖ ਮੰਤਰੀ ਆਪ ਦੇ ਵਿੱਚ ਹੀ ਬੜਾ ਭਾਰੀ ਹੁੰਦਾ ਹੈ, ਔਰ ਪੋਸਟ ਹੀ ਬੜੀ ਭਾਰੀ ਹੈਗੀ ਹੈ। 10 20 50 3 ਕਰੋੜ ਦੀ ਤੇ ਪਾਵਰ ਉਹਨਾਂ ਦੇ ਕੋਲ ਹੀ ਹੁੰਦੀ ਹੈ। ਪਰ ਚਲੋ, ਜੋ ਕੁਝ ਵੀ ਕੱਲ ਹੋਇਆ ਨਹੀਂ ਹੋਣਾ ਚਾਹੀਦਾ ਸੀ। ਗੱਲ ਮੁੱਖ ਮੰਤਰੀ ਦੀ ਸਿਕਿਉਰਿਟੀ ਦੀ ਸੀਗੀ। ਇਸ ਮੁੱਦੇ ਦੇ ਉੱਤੇ ਸਿਕਿਉਰਿਟੀ ਕੀ ਡਿਸੀਜਨ ਲੈਂਦੀ ਹੈ ਜਾਂ ਅੱਗੇ ਚੱਲ ਕੇ ਕਿਸ ਤਰੀਕੇ ਦੀ ਇਹਤਿਆਤ ਵਰਤਦੀ ਹੈ, ਇਹਦੇ ਉੱਤੇ ਤਾਂ ਬਾਅਦ ਚੋਂ ਦੇਖਾਂਗੇ। ਪਰ ਜੋ ਕੁਝ ਕੱਲ ਹੋਇਆ ਉਹ ਇੱਕ ਗਲਤੀ ਸੀਗੀ, ਸਿਕਿਉਰਿਟੀ ਦੀ ਵੀ ਗਲਤੀ ਸੀ, ਮੁੱਖ ਮੰਤਰੀ ਦੀ ਵੀ ਗਲਤੀ ਸੀ, ਬਾਬਾ ਸੀਚੇਵਾਲ ਉਹਨਾਂ ਦੀ ਵੀ ਗਲਤੀ ਸੀ। ਇਸ ਗਲਤੀ ਨੂੰ ਅੱਗੇ ਨਾ ਦੁਹਰਾਇਆ ਜਾਏ। ਮੁੱਖ ਮੰਤਰੀ ਦੀ ਜਾਨ ਸਾਨੂੰ ਬਹੁਤ ਕੀਮਤੀ ਹੈਗੀ ਹੈ, ਉਹ ਬਚਾਉਣ ਵਾਸਤੇ, ਉਹਨੂੰ ਖਤਰੇ 'ਚ ਨਾ ਪਾਉਣ ਵਾਸਤੇ ਕੋਈ ਵੀ ਕਦਮ ਉਠਾਉਣਾ ਚਾਹੀਦਾ ਹੈ। ਹੁਣ ਗੱਲ ਕਰੀਏ ਗਵਰਨਰ ਸਾਹਿਬ ਦੀ। ਗਵਰਨਰ ਸਾਹਿਬ ਕਾਫੀ ਟਾਈਮ ਤੋਂ, ਖਾਸ ਕਰਕੇ ਜਦ ਅਸੈਂਬਲੀ ਦੇ ਵਿੱਚ ਬਿੱਲ ਪਾਸ ਕਰਕੇ ਕਿ ਤੁਹਾਨੂੰ ਚਾਂਸਲਰ ਤੋਂ ਪਦ ਤੋਂ ਹਟਾਉਣ ਦਾ ਇੱਕ ਬਿੱਲ ਪਾਸ ਕਰਕੇ ਵਿਧਾਨ ਸਭਾ ਤੋਂ ਭੇਜ ਦਿੱਤਾ ਗਿਆ, ਉਸ ਬਿੱਲ ਦੇ ਉੱਤੇ ਹਜੇ ਤੱਕ ਗਵਰਨਰ ਸਾਹਿਬ ਕੁਝ ਬੋਲੇ ਨਹੀਂ ਸੀ। ਪਰ ਬਿਨਾਂ ਬੋਲੇ ਕੱਲ ਉਹਨਾਂ ਨੇ ਉਹ ਕੰਮ ਕਰਤਾ ਜਿਹਦੇ ਰਾਹੀਂ ਆਪਣੀ ਅੱਗੇ ਦੀ ਨੀਅਤ ਤੇ ਨੀਤੀ ਨੂੰ ਸਾਫ਼ ਕਰਤਾ। ਉਸ ਬਿੱਲ ਦੇ ਉੱਤੇ ਗਵਰਨਰ ਸਾਹਿਬ ਛੇਤੀ ਕਿਤੇ ਸਾਈਨ ਕਰਨਗੇ ਲੱਗਦਾ ਨਹੀਂ ਹੈ, ਕਾਰਨ ਕਿ ਕੱਲ ਉਹਨਾਂ ਨੇ ਬੇਅੰਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਚਾਰਜ, ਉਹ ਪੀਟੀਯੂ ਦੇ ਵੀਸੀ ਡਾਕਟਰ ਸੁਸ਼ੀਲ ਮਿੱਤਲ ਨੂੰ ਐਡੀਸ਼ਨਲ ਚਾਰਜ ਦਿੱਤਾ। ਉਹ ਵੀ ਤਦ ਜਦ ਸੂਬੇ ਦੀ ਸਰਕਾਰ ਨੇ ਰਿਕਮੈਂਡ ਕੀਤਾ ਸੀਗਾ ਕਿ ਤੁਸੀਂ ਟੈਕਨੀਕਲ ਐਜੂਕੇਸ਼ਨ ਦੇ ਸੈਕਟਰੀ, ਉਹਨਾਂ ਨੂੰ ਐਡੀਸ਼ਨਲ ਚਾਰਜ ਦਿਓ। ਨਹੀਂ ਮੰਨੀ ਅਗਲਿਆਂ ਨੇ। ਇਸ ਤੋਂ ਪਹਿਲੇ ਤੁਸੀਂ ਇਹ ਦੇਖੋ ਕਿ ਵੈਸਟ ਬੰਗਾਲ ਦੇ ਵਿੱਚ ਵੀ CV ਆਨੰਦਾ ਬੋਸ ਨੇ 7 ਤੋਂ ਵੱਧ ਵੀਸੀ ਆਪਣੀ ਮਰਜ਼ੀ ਨਾਲ ਲਾਤੇ ਸੀ, ਭਾਵੇਂ ਉਸ ਤੋਂ ਬਾਅਦ ਉਹਨਾਂ ਦਾ ਸਟੇ ਹੋ ਗਿਆ। ਪਰ ਹੁਣ ਗਵਰਨਰ ਸਾਹਿਬ ਨੇ ਆਪਣੀ ਮਰਜ਼ੀ ਜ਼ਰੂਰ ਚਲਾਈ ਹੈ। ਅੱਗੇ ਚੱਲ ਕੇ ਹੋਰ ਮਾਮਲਿਆਂ ਦੇ ਵਿੱਚ ਵੀ, ਜਿਨ੍ਹਾਂ ਮਾਮਲਿਆਂ ਦੇ ਵਿੱਚ ਉਹ ਬਿੱਲ ਵਿਧਾਨ ਸਭਾ ਤੋਂ ਪਾਸ ਕਰਕੇ ਗਵਰਨਰ ਹਾਊਸ ਭੇਜੇ ਗਏ ਨੇ, ਉਹਨਾਂ ਦੇ ਉੱਤੇ ਗਵਰਨਰ ਸਾਹਿਬ ਦਾ ਕੀ ਸਟੈਂਡ ਹੁੰਦਾ, ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ। ਪਰ ਇਸ ਫੈਸਲੇ ਤੋਂ ਇਹ ਫੈਸਲਾ ਜ਼ਰੂਰ ਹੋ ਗਿਆ ਕਿ ਉਹ ਚਾਂਸਲਰ ਹੁਣ ਮੁੱਖ ਮੰਤਰੀ ਹੋਣਗੇ, ਗਵਰਨਰ ਸਾਹਿਬ ਨਹੀਂ ਹੋਣਗੇ। ਉਹ ਬਿੱਲ ਉਹ ਛੇਤੀ ਕਿਤੇ ਗਵਰਨਰ ਸਾਹਿਬ ਸਾਈਨ ਕਰਨ ਵਾਲੇ ਨਹੀਂ ਹੈ, ਜਾਂ ਤੇ ਪ੍ਰੈਜ਼ੀਡੈਂਟ ਨੂੰ ਰੈਫਰ ਕਰਨਗੇ ਜਾਂ ਫਿਰ ਉਹ ਬਿੱਲ ਫਿਲਹਾਲ ਦਰਾਜ ਦੇ ਵਿੱਚ ਪਿਆ ਰਹੂਗਾ। ਦੇਖੋ ਇੰਦਰਪ੍ਰੀਤ ਜੀ, ਅੱਜ ਆਪਾਂ ਬੈਠੇ ਆ 15 ਤਰੀਕ 'ਚ, ਤੇ ਕੱਲ 16 17 ਤੇ 18 ਇਹ ਕਾਫੀ ਅਹਿਮ ਆ। 18 ਤਰੀਕ ਦਾ NDA ਦਾ ਜਿਹੜਾ ਪ੍ਰਸਤਾਵਿਤ ਮਿਲਣਾ ਹੈ, ਉਹਦੇ ਵਿੱਚ ਅਕਾਲੀ ਦਲ ਨੇ ਪੱਤੇ ਸਾਫ਼ ਕਰਤੇ। ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ
ਲਾ ਕਮਿਸ਼ਨ ਨੂੰ ਸਾਫ਼ ਲਿਖਤਾ ਹੈ ਕਿ ਇਹ ਦੇਸ਼ ਦੇ ਹਿੱਤ 'ਚ ਹੈ ਨਹੀਂਗਾ ਯੂਨੀਫਾਰਮ ਸਿਵਲ ਕੋਡ, ਤੇ ਦੂਜੇ ਬੰਨੇ ਇਹਦਾ ਮਤਲਬ ਹੈ ਸਾਫ਼ ਹੈ ਕਿ ਉਹ ਐਨਡੀਏ ਨੂੰ ਹੁਣ ਨਹੀਂ ਮੰਨਦੇ, ਜੋ ਐਨਡੀਏ ਨੇ ਇਹਦੇ ਉੱਤੇ ਇੱਕ ਪ੍ਰਸਤਾਵਿਤ ਮੀਟਿੰਗ ਰੱਖੀ ਹੈ। ਹੁਣ ਇਹਦੇ 'ਚ ਢੀਂਡਸਾ ਤਾਂ ਜਾਣਗੇ, ਇਹ ਆਪਾਂ ਕਿੰਨੇ ਦਿਨਾਂ ਤੋਂ ਗੱਲ ਕਹਿ ਰਹੇ ਆ। ਇੱਥੇ ਆ ਕੇ ਜਿਹੜਾ ਝੋਲ ਆ ਉਹ ਇਹ ਹੈ ਕਿ ਕੀ ਬੀਜੇਪੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸਮਾਨਾਂਤਰ ਆਪਣੀ ਲਾਈਨ ਖਿੱਚਣ ਨੂੰ ਤਿਆਰ ਬੈਠੀ ਹੈ, ਜਾਂ ਅਜੇ ਗੁੰਜਾਇਸ਼ ਹੈਗੀ ਆ ਕਿ ਗੱਲਬਾਤ ਦੇ ਅਗਲੇ ਗੇੜ ਵੀ ਹੋਣਗੇ? ਤੁਹਾਨੂੰ ਲੱਗਦਾ ਕਿ ਫੈਸਲਾਕੁਨ ਦੌਰ 'ਚ ਦਾਖਲ ਹੋ ਗਿਆ ਹੁਣ ਭਾਜਪਾ ਔਰ ਸ਼੍ਰੋਮਣੀ ਅਕਾਲੀ ਦਲ? ਰੰਧਾਵਾ ਸਾਹਿਬ, ਮੈਨੂੰ ਲੱਗਦਾ ਕਿ ਬਿਲਕੁਲ ਹੋ ਚੁੱਕਿਆ। ਇਹ ਤਾਂ ਹੋਊਗਾ, ਹੋ ਸਕਦਾ ਕਿ ਦੇਖੋ ਰਾਜਨੀਤੀ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ। ਪ੍ਰੀ ਪੋਲ ਅਲਾਈਅੰਸਿਸ ਵੀ ਹੁੰਦੇ ਨੇ ਔਰ ਪੋਸਟ ਪੋਲ ਵੀ ਹੁੰਦੇ ਨੇ। ਆਪਾਂ ਇਸ ਤੇ ਤਾਂ ਬਾਅਦ ਚ ਜਦੋਂ ਸਥਿਤੀਆਂ ਦੇਖਾਂਗੇ ਉਸ ਤੋਂ ਗੱਲ ਕਰਾਂਗੇ। ਲੇਕਿਨ ਹੁਣ ਦੀ ਜਿਹੜੀ ਸਥਿਤੀ ਹੈ ਉਹ ਅੱਜ ਦੀ ਸਥਿਤੀ ਇਹ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ 18 ਤਰੀਕ ਵਾਲੀ ਮੀਟਿੰਗ ਤਾਂ ਨਹੀਂ ਸੱਦਿਆ ਗਿਆ, ਪਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਜਿਹੜਾ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਹੀ ਚੋਂ ਹੀ ਟੁੱਟ ਕੇ ਇੱਕ ਗਰੁੱਪ ਹੋਰ ਬਣਿਆ ਅਕਾਲੀ ਦਲ ਦਾ, ਉਹਨੂੰ ਜ਼ਰੂਰ ਸੱਦ ਲਿਆ ਗਿਆ। ਇਹ ਬੜਾ ਇੰਟਰਸਟਿੰਗ ਹੋ ਗਿਆ। ਮੈਨੂੰ ਇਹ ਇਸ ਕਰਕੇ ਇੰਟਰਸਟਿੰਗ ਲੱਗਦਾ ਕਿ ਜਿਵੇਂ ਜਿਹੜੇ ਵੀ ਵੱਡੀਆਂ ਪਾਰਟੀਆਂ ਬੀਜੇਪੀ ਦੇ ਨਾਲ ਨਹੀਂ ਸੀਗੀਆਂ, ਹੁਣ ਜਿਹੜੀਆਂ 25 ਸਾਲ ਪਹਿਲਾਂ ਸੀਗੀਆਂ ਲੇਕਿਨ ਹੁਣ ਨਹੀਂ ਹੈਗੀਆਂ, ਉਹਨਾਂ ਨੂੰ ਵੀ ਇਹਦੇ ਵਿੱਚ ਦਿਖਾਣ ਮਾਤਰ ਲਈ ਉਹਨਾਂ ਨੇ ਕਿਸ ਤਰ੍ਹਾਂ ਦੀ ਚਾਲ ਚੱਲੀ ਹੈ ਕਿ ਜਿਹੜੇ ਇਹਨਾਂ ਦੇ ਗਰੁੱਪ ਟੁੱਟੇ ਹੋਏ ਨੇ ਉਹਨਾਂ ਨੂੰ ਬੁਲਾ ਲਓ। ਜਿਵੇਂ ਆਪਾਂ ਐਨਸੀਪੀ ਦੀ ਵੀ ਪਹਿਲਾਂ ਗੱਲ ਕਰ ਚੁੱਕੇ ਹਾਂ, ਅਜੀਤ ਪਵਾਰ ਹੋਰਾਂ ਉਹ ਵੀ ਆ ਰਹੇ ਨੇ, ਸ਼ਿਵ ਸੈਨਾ ਦਾ ਗਰੁੱਪ ਸ਼ਿੰਦੇ ਵਾਲਾ ਜਿਹੜਾ ਹੈਗਾ ਉਹ ਵੀ ਆ ਰਿਹਾ ਹੈ। ਇਸ ਤਰ੍ਹਾਂ ਹੀ ਅਕਾਲੀ ਦਲ ਦਾ ਜਿਹੜਾ ਇੱਥੇ ਗਰੁੱਪ ਹੈ ਉਹ ਵੀ ਆ ਰਿਹਾ ਹੈ। ਸੋ ਐਨਡੀਏ ਦੀ ਜਿਹੜੀ ਮੀਟਿੰਗ ਹੋਏਗੀ ਉਸ 'ਚ ਤਾਂ ਇਹ ਸਾਰੇ ਆਣਗੇ ਉਸ 'ਚ, ਕਿਉਂਕਿ ਯੂਸੀਸੀ ਦਾ ਮਾਮਲਾ ਵੀ ਡਿਸਕਸ ਹੋਣਾ ਹੈ ਔਰ ਇਹ ਇਸ ਟਾਈਮ ਸਭ ਤੋਂ ਇੰਪੋਰਟੈਂਟ ਹੈ। ਖਾਸ ਤੌਰ ਤੇ ਉਹਨਾਂ ਪੋਲੀਟੀਕਲ ਪਾਰਟੀਆਂ ਵਾਸਤੇ ਤਾਂ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਮਾਈਨੋਰਿਟੀਜ਼ ਦੀ ਵੋਟ ਲੈ ਕੇ ਖੇਲ ਰਹੀਆਂ ਨੇ, ਚਾਹੇ ਉਹ ਮੁਸਲਿਮਸ ਦੀਆਂ ਹੋਣ, ਚਾਹੇ ਈਸਾਈਆਂ ਦੀਆਂ ਹੋਣ, ਚਾਹੇ ਬੋਧੀਆਂ ਦੀਆਂ ਹੋਣ, ਕਿਸੇ ਦੀਆਂ ਵੀ ਵੋਟਾਂ ਹੋਣ, ਸਿੱਖਾਂ ਦੀਆਂ ਹੋਣ, ਕਿਸੇ ਤਰ੍ਹਾਂ ਦੀਆਂ ਵੀ ਹੋਣ। ਉਹਨਾਂ ਦੇ ਮਨਾਂ 'ਚ ਸ਼ੰਕੇ ਤੇ ਤੌਖਲੇ ਹਜੇ ਤੱਕ ਬਣੇ ਹੋਏ ਨੇ। ਯੂਸੀਸੀ ਨੂੰ ਲੈ ਕੇ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਆਪਣਾ ਇੱਕ ਵਿਰੋਧ ਹੈਗਾ। ਹੁਣ ਐਨਡੀਏ ਦੀ ਮੀਟਿੰਗ ਦੇ ਵਿੱਚ ਇਹ ਕੀ ਸਟੈਂਡ ਲੈਂਦੀਆਂ ਨੇ, ਇੱਕ ਤਾਂ ਇਹ ਦੇਖਣ ਵਾਲੀ ਗੱਲ ਹੋਏਗੀ। ਔਰ ਢੀਂਡਸਾ ਸਾਹਿਬ ਲਈ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਦਾ ਪੱਖ ਲੈ ਸਕਣਗੇ। ਅਗਰ ਇਹਦਾ ਪੱਖ ਲੈਣਗੇ ਔਰ ਪੱਖ ਲੈ ਕੇ ਪੰਜਾਬ 'ਚ ਤਾਂ ਘੱਟੋ ਘੱਟ ਮੈਨੂੰ ਲੱਗਦਾ ਕਿ ਉਹਨਾਂ ਦੀ ਉਹ ਰਾਜਨੀਤੀ ਨਹੀਂ ਕਰ ਸਕਦੇ। ਅਦਰਵਾਈਜ਼ ਮੈਨੂੰ ਇਹ ਲੱਗਦਾ ਕਿ ਸ਼ਾਇਦ ਉੱਥੇ ਸਟੈਂਡ ਤਾਂ ਇਹ ਉਹਦੇ ਖਿਲਾਫ ਹੀ ਲੈਣਗੇ, ਇਹ ਕਹਿ ਕੇ ਕਿ ਵੀ ਸਾਰੇ ਪਾਰਟੀਆਂ ਦੇ ਆਪਣੇ ਆਪਣੇ ਉਹ ਹੋ ਸਕਦੇ ਹੈ ਵਿਚਾਰ, ਤੇ ਇਸ ਤੇ ਮੇਰਾ ਵਿਚਾਰ ਠੀਕ ਨਹੀਂ ਮਿਲਦਾ। ਇਸ ਕਰਕੇ ਮੇਰਾ ਸਟੈਂਡ ਕਲੀਅਰ ਹੈ, ਮੈਂ ਤਾਂ ਯੂਸੀਸੀ ਦੇ ਖਿਲਾਫ ਹਾਂ। ਔਰ ਉਹਨਾਂ ਨੇ ਪਹਿਲਾਂ ਇਹ ਕਿਹਾ ਵੀ ਸੀ, ਪਰ ਹੁਣ ਉਹ ਯੂਸੀਸੀ ਦੇ ਉੱਤੇ ਕੀ ਸਟੈਂਡ ਉੱਥੇ ਮੀਟਿੰਗ 'ਚ ਲੈਣਗੇ ਇਹ ਇੰਪੋਰਟੈਂਟ ਹੋਊਗਾ। ਤੇ ਦੂਜੀ ਗੱਲ ਇਹ ਕਿ ਜੇ ਸਟੈਂਡ ਮੰਨ ਲਓ ਉਹ ਉਹਨਾਂ ਬੀਜੇਪੀ ਦੇ ਨਾਲ ਲੈ ਲੈਂਦੇ ਆ ਤਾਂ ਤੁਸੀਂ ਫਿਰ ਸਟੇਟ ਦੀ ਪੋਲਿਟਿਕਸ ਕਿਵੇਂ ਕਰੋ? ਮੈਨੂੰ ਨਹੀਂ ਲੱਗਦਾ ਫਿਰ ਅਕਾਲੀ ਦਲ ਕੋਈ ਉਹਨਾਂ ਨੂੰ ਚੱਲਣ ਦੇਗਾ। ਅਕਾਲੀ ਦਲ ਯਾਨੀ ਕਿ ਸੁਖਬੀਰ ਬਾਦਲ ਵਾਲਾ ਜਿਹੜਾ ਅਕਾਲੀ ਦਲ ਹੈ ਉਹ ਤਾਂ ਉਹਨਾਂ ਤੇ ਫਿਰ ਬੰਬਾਰਟਮੈਂਟ ਕਰੇਗਾ ਹੀ। ਔਰ ਖਾਸ ਤੌਰ ਤੇ ਜਿਹੜੀ ਸਿੱਖਾਂ ਦੀ ਵੋਟ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੋਏਗੀ ਕਿ ਉਹ ਉਹਨਾਂ ਤੱਕ ਹੀ ਰਹੇ। ਅਦਰਵਾਈਜ਼ ਮੈਨੂੰ ਇਹ ਲੱਗ ਰਿਹਾ ਹੈ ਕਿ ਬਹੁਤ ਵੱਡਾ ਗਰੁੱਪ ਹੋ ਸਕਦਾ ਹੈ ਕਿ ਜੇ ਇਸ ਇਸ਼ੂ ਦੇ ਉੱਤੇ ਇਸ ਇਸ਼ੂ ਨੂੰ ਆਪਾਂ ਸਾਈਡ ਲਾਈਨ ਵੀ ਕਰੀਏ, ਅਦਰਵਾਈਜ਼ ਬੀਜੇਪੀ ਨਾਲ ਜਾਣ ਲਈ ਜੇ ਆਪਾਂ ਰੱਖੀਏ ਗੱਲ, ਤਾਂ ਸ਼ਾਇਦ ਬਹੁਤ ਵੱਡਾ ਜਿਹੜਾ ਤੋੜ ਵਿਛੋੜਾ ਹੋ ਸਕਦਾ ਹੈ ਅਕਾਲੀ ਦਲ ਦੇ ਵਿੱਚ, ਤੇ ਉਹ ਜਿਹੜੇ ਲੀਡਰ ਨੇ ਸੁਖਦੇਵ ਸਿੰਘ ਢੀਂਡਸਾ ਵਾਲੇ ਗਰੁੱਪ 'ਚ ਆ ਜਾਣ ਤੇ ਇੱਕ ਵੱਡਾ ਅਕਾਲੀ ਦਲ ਉਹ ਬਣ ਜੇ। ਸੋ ਇਹ ਬਹੁਤ ਇੰਟਰਸਟਿੰਗ ਹੋਊਗਾ, ਆਉਣ ਵਾਲੇ ਟਾਈਮ 'ਚ ਦੇਖਣ ਵਾਲਾ ਹੋਊਗਾ। ਪਰ ਇਹ ਮੈਨੂੰ ਲੱਗ ਰਿਹਾ ਕਿ ਇਸ ਪਾਸੇ ਵੱਲ ਨੂੰ ਬੀਜੇਪੀ ਵੀ ਸਪੋਰਟ ਕਰੇਗੀ, ਕਿਉਂਕਿ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਉਤਰਨਾ ਤੇ ਬਹੁਤ ਸਾਰੀਆਂ ਸੀਟਾਂ ਤੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਕੁਝ ਵੀ ਨਹੀਂ ਹੈਗਾ, ਉੱਥੇ ਅਕਾਲੀ ਦਲ ਦੀ ਵੋਟ ਨਾਲ ਹੀ ਅਸੀਂ ਕਿਸੇ ਸਿਰੇ ਤੇ ਚੜ ਸਕਦੇ ਹਾਂ, ਅਦਰਵਾਈਜ਼ ਸਾਨੂੰ ਜਿਤਨੀ ਸੀਟ ਔਖੀ ਹੋ ਜਾਏਗੀ। ਦੇਖੋ, ਸੁਖਦੇਵ ਸਿੰਘ ਢੀਂਡਸਾ ਆਪਣੇ ਨਾਲ ਲਿਜਾ ਰਹੇ ਨੇ ਰਿਟਾਇਰਡ ਜਸਟਿਸ ਨਿਰਮਲ ਸਿੰਘ ਨੂੰ। ਹੁਣ ਇਹ ਬੜਾ ਸਾਫ਼ ਸਮਝ ਆਉਂਦਾ ਹੈ ਕਿ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਨੇ ਮੌਕੇ ਉੱਤੇ ਜਿਹੜੇ ਸਵਾਲ ਉੱਠਣਗੇ, ਕਿਉਂਕਿ ਕੋਈ ਖਾਸ ਏਜੰਡਾ ਤਾਂ ਭੇਜਿਆ ਨਹੀਂ ਗਿਆ। ਏਜੰਡਾ ਤਾਂ ਹੁੰਦਾ ਜੇ ਮੰਨ ਲਓ ਤੁਹਾਨੂੰ 20 ਪੇਜ ਦਾ ਕੋਈ ਪੱਤਰ ਭੇਜ ਦਿੰਦੇ, ਜਾਂ ਯੂਸੀਸੀ ਦਾ ਖਰੜਾ ਭੇਜ ਕੇ ਕਹਿੰਦੇ ਵੀ ਇੱਥੇ ਆਪਣੀ ਰਾਏ ਤੁਸੀਂ ਆ ਕੇ ਦਿਓ। ਐਸਾ ਕੁਝ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਕਰਨ ਲੱਗੀ ਹੈ। ਸੋ ਜਸਟਿਸ ਨਿਰਮਲ ਸਿੰਘ ਸੁਖਦੇਵ ਸਿੰਘ ਢੀਂਡਸਾ ਲਈ ਇੱਕ ਸਪੋਰਟ ਸਿਸਟਮ ਰਹਿਣਗੇ। ਔਰ ਦੂਜੀ ਗੱਲ ਇਹ ਆ ਕਿ ਹੋ ਸਕਦਾ ਕਿ ਬੀਜੇਪੀ ਵੀ ਇਹ ਖੁੱਲਾ ਹੱਥ ਸੁਖਦੇਵ ਸਿੰਘ ਢੀਂਡਸਾ ਨੂੰ ਦੇਵੇ ਕਿ ਤੁਸੀਂ ਸਿੱਖਾਂ ਦਾ ਨਜ਼ਰੀਆ ਇਹਦੇ 'ਚ ਰੱਖੋ, ਤੁਸੀਂ ਸਾਡੀ ਚਾਲ ਦੇ ਵਿੱਚ ਆਪਣੇ ਪੈਰ ਨਾ ਰੱਖੋ। ਇਹ ਵੱਡੀ ਗੱਲ ਨਹੀਂ ਕਿ ਇਸ ਤਰ੍ਹਾਂ
ਇੱਕ ਸਹਿਮਤੀ ਜੀ ਵਾਲਾ ਅੱਗੇ ਮੂਵ ਹੋਵੇ ਤੇ ਉਸ ਤੋਂ ਬਾਅਦ ਬੀਜੇਪੀ ਚਾਹਵੇ ਕਿ ਪੰਜਾਬ ਦੇ ਵਿੱਚ ਘੱਟੋ ਘੱਟ 50% ਸੀਟਾਂ ਵਾਲਾ ਕੋਈ ਸਾਨੂੰ ਗੱਠਜੋੜ ਮਿਲ ਜੇ ਜਿਹੜਾ ਸਿੱਖ ਬਹੁਲ ਵਾਲਾ ਹੋਵੇ, ਸਿੱਖ ਫੇਸ ਵਾਲਾ ਹੋਵੇ, ਤੇ ਉਹਦੇ ਲਈ ਉਹਨਾਂ ਨੇ ਤਰੱਦਦ। ਹੁਣ ਸੁਖਦੇਵ ਸਿੰਘ ਢੀਂਡਸਾ ਕੋਲ ਇੰਨਾ ਵੱਡਾ ਤਾਮਝਾਮ ਨਹੀਂ ਆ, ਉਹਨਾਂ ਨਾਲ ਚੱਲਣ ਵਾਲੇ ਲੀਡਰ ਬਹੁਤੇ ਜਿਹੜੇ ਫੀਲਡ ਵਿੱਚ ਹੈ ਉਹ ਕਿਉਂਕਿ ਹਲਕਾ ਇੰਚਾਰਜੀਆਂ ਤੇ ਦੂਜਾ ਤੀਜਾ ਉਦਾਂ ਦੇ ਮਾਮਲਿਆਂ ਤੋਂ ਪਰੇ ਨੇ। ਅਕਾਲੀ ਦਲ ਕੋਲ ਆਪਣਾ ਇੱਕ ਨੈਟਵਰਕ ਆ, ਉਹ ਨੈਟਵਰਕ ਟੁੱਟ ਸਕਦਾ ਕਿ ਨਹੀਂ ਟੁੱਟ ਸਕਦਾ ਇਹ ਵੀ ਸਵਾਲ ਆ, ਕਿਉਂਕਿ ਉਹ ਨੈਟਵਰਕ ਦੂਜਿਆਂ ਤੇ ਭਰੋਸਾ ਕਰ ਸਕਦਾ ਕਿ ਨਹੀਂ। ਹੁਣ ਤੱਕ ਪਿਛਲੇ 20-30 ਸਾਲਾਂ 'ਚ ਜਿਹੜਾ ਮੇਨ ਅਕਾਲੀ ਦਲ ਨਾਲ ਟੁੱਟਿਆ ਉਹ ਕਾਮਯਾਬ ਨਹੀਂ ਹੋਇਆ। ਇਹੀ ਅਕਾਲੀ ਦਲ ਦੀ ਮਜ਼ਬੂਤੀ ਹੈ, ਇਸੇ ਕਰਕੇ ਬਹੁਤੇ ਵੱਡੇ ਲੀਡਰ ਰਿਸਕ ਲੈਣੋਂ ਡਰਦੇ ਆ। ਥੋੜਾ ਜਿਹਾ ਆਪਣਾ ਵਿਊ ਪੁਆਇੰਟ ਦੇ ਦਿਓ, ਫਿਰ ਆਪਾਂ ਬੰਬੇ ਹਾਈ ਕੋਰਟ ਦਾ ਮੀਡੀਆ ਦੇ ਮਾਮਲੇ 'ਚ ਇੱਕ ਬਹੁਤ ਬਿਹਤਰ ਟਿੱਪਣੀ ਉਹ ਆਪਾਂ ਲੈਂਦੇ ਹਾਂ। ਜਿੱਥੇ ਤੱਕ ਜੁਲਾਈ 18 ਦੀ ਮੀਟਿੰਗ ਦਾ ਸਵਾਲ ਹੈ, ਪਹਿਲੇ ਇਹ ਗੱਲ ਆ ਰਹੀ ਸੀ ਐਨਡੀਏ ਦੀ ਮੀਟਿੰਗ ਹੈਗੀ ਹੈ, ਔਰ ਐਨਡੀਏ ਦੇ 1998 ਦੇ ਵਿੱਚ ਜਿਹੜੇ ਅਲਾਈਅੰਸ ਪਾਰਟਨਰ ਹੁੰਦੇ ਸੀ ਉਹਨਾਂ ਨੂੰ ਇੱਕ ਤਰੀਕੇ ਨਾਲ ਰੀਯੂਨਾਈਟ ਜਾਂ ਉਸ ਤਾਦਾਦ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਯੂਸੀਸੀ ਵਾਲਾ ਮੁੱਦਾ ਕੱਲ ਆਇਆ, ਢੀਂਡਸਾ ਸਾਹਿਬ ਨੇ ਇਸ ਮੁੱਦੇ ਤੇ ਇੱਕ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਯੂਸੀਸੀ ਦੇ ਮੁੱਦੇ ਦੇ ਉੱਤੇ ਸਿੱਖਾਂ ਦੇ ਵਿੱਚ ਜਾਂ ਫਿਰ ਸਾਡੇ ਸਿੱਖ ਪੰਥ ਦੇ ਵਿੱਚ ਜੋ ਵੀ ਸ਼ੰਕਾ ਨੇ ਉਹਨੂੰ ਮੈਂ ਉੱਥੇ ਧਰੂੰਗਾ, ਰੱਖੂੰਗਾ। ਔਰ ਜਿੱਥੇ ਤੱਕ ਡਰਾਫਟ ਜਿਹੜਾ ਲਾ ਕਮਿਸ਼ਨ ਦਾ ਉਹ ਯੂਸੀਸੀ ਦੇ ਮੁੱਦੇ ਦੇ ਉੱਤੇ ਡਰਾਫਟ ਹੈ ਉਹਦੀ ਮੰਗ ਕੀਤੀ ਜਾਏਗੀ। ਔਰ ਇਸ ਤੋਂ ਇਲਾਵਾ ਉਹਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਉਹਨਾਂ ਨਾਲ ਮੈਂ ਅਲੱਗ ਤੋਂ ਮਿਲਣ ਦੀ ਕੋਸ਼ਿਸ਼ ਕਰੂੰਗਾ ਔਰ ਸਿੱਖਾਂ ਦੇ ਜਿਹੜੇ ਪੈਂਡਿੰਗ ਮੁੱਦੇ ਹੈਗੇ ਨੇ, ਖਾਸ ਕਰਕੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ, ਉਸ ਮੁੱਦੇ ਦੇ ਉੱਤੇ ਚੇਚੇ ਤੌਰ ਤੇ ਔਰ ਵੱਖਰੇ ਤੌਰ ਤੇ ਉਹ ਗੱਲ ਕਰਨਗੇ। ਔਰ ਸਿੱਖਾਂ ਦੀ ਗੱਲ ਕਰੀਏ, ਸਿੱਖ ਰਿਲੀਜਨ ਦੀ ਗੱਲ ਕਰੀਏ, ਤੇ ਇਸ ਯੂਸੀਸੀ ਦੇ ਮੁੱਦੇ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਹਰਮੀਤ ਸਿੰਘ ਕਾਲਕਾ ਜਿਹੜੇ ਪ੍ਰਧਾਨ ਨੇ, ਉਹਨਾਂ ਦਾ ਵੀ ਇਹੀ ਸਟੈਂਡ ਹੈ। ਅਸੀਂ ਮੰਗ ਕਰਾਂਗੇ ਲਾ ਕਮਿਸ਼ਨ ਸਾਨੂੰ ਉਹ ਡਰਾਫਟ ਦੇ, ਉਸ ਡਰਾਫਟ ਦੇ ਵਿੱਚ ਸਾਡੇ ਰਿਲੀਜਨ ਦੇ ਪ੍ਰਤੀ ਯੂਨੀਫਾਰਮ ਸਿਵਲ ਕੋਡ ਦੇ ਥਰੂ ਕਿਸ ਤਰੀਕੇ ਨਾਲ ਇੰਟਰਵੈਂਸ਼ਨ ਹੋ ਰਹੀ ਹੈ ਉਹਨੂੰ ਸਮਝਣ ਦੀ ਲੋੜ ਹੈ। ਉਸ ਤੋਂ ਬਾਅਦ ਅਸੀਂ ਰਿਐਕਟ ਕਰਾਂਗੇ। ਅਕਾਲੀ ਦਲ ਨੇ ਵੀ ਪਹਿਲੇ ਇਹ ਸਟੈਂਡ ਲਿੱਤਾ ਸੀ, ਨਹੀਂ ਅਸੀਂ ਯੂਸੀਸੀ ਦਾ ਵਿਰੋਧ ਕਰਦੇ ਹਾਂ। ਬਾਅਦ ਚ ਉਹਨਾਂ ਨੇ ਇੱਕ ਪੈਨਲ ਬਣਾਤਾ, ਪੈਨਲ ਬਣਾਉਣ ਤੋਂ ਬਾਅਦ ਐਸਜੀਪੀਸੀ ਨੇ ਉਸ ਮੁੱਦੇ ਦੇ ਉੱਤੇ ਅੱਗੇ ਵਧਦੇ ਹੋਏ, ਖਾਸ ਕਰਕੇ ਜਦ ਬੀਜੇਪੀ ਦੇ ਨਾਲ ਅਲਾਈਅੰਸ ਦੀ ਗੱਲਾਂ ਤਕਰੀਬਨ ਖਤਮ ਹੋ ਗਈ ਸੀ, ਇੱਕ ਸਟੈਂਡ ਲਿੱਤਾ, ਦੂਜੀ ਮਾਈਨੋਰਿਟੀ ਕਮਿਊਨਿਟੀਜ਼ ਦੇ ਨਾਲ ਮੀਟਿੰਗ ਕਰਕੇ ਉਸ ਸਟੈਂਡ ਨੂੰ ਕਮਿਊਨੀਕੇਟ ਕਰਤਾ ਅਸੀਂ ਯੂਸੀਸੀ ਦੇ ਖਿਲਾਫ। ਹੁਣ ਇਹਨਾਂ ਸਾਰੇ ਮੁੱਦਿਆਂ ਦੇ ਵਿੱਚ ਯੂਸੀਸੀ ਦੀ 14 ਜੁਲਾਈ ਨੂੰ ਲਾ ਕਮਿਸ਼ਨ ਨੇ ਮੰਗੇ ਸੀਗੇ ਸਜੈਸ਼ਨ, ਆਬਜੈਕਸ਼ਨ। 60 ਲੱਖ ਤੋਂ ਵੱਧ ਆਬਜੈਕਸ਼ਨ ਸਜੈਸ਼ਨ ਆ ਚੁੱਕੇ ਨੇ। ਹੁਣ 60 ਲੱਖ ਆਬਜੈਕਸ਼ਨਸ ਨੂੰ ਸਕਰੂਟਨਾਈਜ਼ ਕਰਨਾ ਉਹ ਵੀ ਬੜਾ ਔਖਾ ਕੰਮ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਰਾਹੀਂ ਉਹਨਾਂ ਨੂੰ ਇੱਕ ਸਕਰੂਟਨੀ ਕੀਤੀ ਜਾਏਗੀ ਔਰ ਉਹਨਾਂ ਸਜੈਸ਼ਨਸ, ਓਪੀਨੀਅਨਸ, ਆਬਜੈਕਸ਼ਨਸ ਨੂੰ ਸਟ੍ਰੀਮਲਾਈਨ ਕਰਕੇ 28 ਜੁਲਾਈ ਤੱਕ ਹੁਣ ਹੋਰ ਸਜੈਸ਼ਨ ਦੇਣ ਦੀ ਇੱਕ ਡੇਟ ਵਧਾ ਦਿੱਤੀ ਗਈ ਹੈ। ਯੂਸੀਸੀ ਦੇ ਮੁੱਦੇ ਦੇ ਉੱਤੇ ਘੱਟ ਤੋਂ ਘੱਟ 2024 ਦੀ ਇਲੈਕਸ਼ਨ ਤੋਂ ਪਹਿਲੇ ਕੋਈ ਕੇਂਦਰ ਸਰਕਾਰ ਅੱਗੇ ਵਧੇ ਲੱਗਦਾ ਨਹੀਂ, ਕਿਉਂਕਿ ਬਿੱਲ ਜਾਂ ਕੋਈ ਕਾਨੂੰਨ ਦਾ ਰੂਪ ਲਿੱਤਾ ਜਾ ਸਕਦਾ। ਪਰ ਇਸ ਮੁੱਦੇ ਦੇ ਉੱਤੇ ਬਹਿਸ ਜਾਰੀ ਹੈ ਔਰ ਬਹਿਸ ਵੀ ਉਹਨਾਂ ਮੁੱਦਿਆਂ ਦੇ ਉੱਤੇ ਉਸ ਗੱਲ ਤੇ ਜਾਰੀ ਹੈ ਜਿਹਦਾ ਹਜੇ ਡਰਾਫਟ ਦੇਖਿਆ ਹੀ ਨਹੀਂ ਕਿਸੇ ਨੇ, ਕਿਉਂਕਿ ਡਰਾਫਟ ਹਜੇ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਨਹੀਂ ਆਇਆ ਗਿਆ। ਜਦ ਡਰਾਫਟ ਰਿਲੀਜ਼ ਹੋਏਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਯੂਸੀਸੀ ਦੇ ਮੁੱਦੇ ਦੇ ਉੱਤੇ ਵੱਖ-ਵੱਖ ਰਿਲੀਜਨ ਨਿੱਠ ਕੇ ਗੱਲ ਕਰਨ ਜੋਗੇ ਹੋ ਜਾਣਗੇ। ਇਹ ਕਾਫੀ ਅਹਿਮ ਆ ਕਿ ਹੁਣ ਤੱਕ 60 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ ਔਰ ਹੁਣ ਇਹਦਾ ਥੋੜਾ ਜਿਹਾ ਦਾਇਰਾ ਵਧਾਤਾ, ਥੋੜੀ ਜਿਹੀ ਡੇਟ ਵਧਾਤੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਗਵਰਨਮੈਂਟ ਇਹਨੂੰ ਕਿਸੇ ਫੈਸਲਾ ਕੁਨ ਸਥਿਤੀ ਤੱਕ ਲੈ ਕੇ ਜਾਂਦੀ ਹੈ ਜਾਂ ਇਹ 24 ਦੀ ਇੱਕ ਇਲੈਕਸ਼ਨ ਦਾ ਆਧਾਰ ਤਾਂ ਹੋ ਸਕਦਾ, ਫੈਸਲਾ ਇਹ ਤਾਂ ਅਗਲੀ ਸਰਕਾਰ 'ਚ ਕੀਤਾ ਜਾਵੇ। ਇਹ ਕਾਫੀ ਅਹਿਮ ਰਹਿਣ ਵਾਲਾ। ਮੈਂ ਭਾਸਕਰ ਸਾਹਿਬ ਦੂਜਾ ਸਵਾਲ ਵੀ ਤੁਹਾਡੇ ਤੋਂ ਲੈਣਾ ਚਾਹੁੰਦਾ, ਜਿਹੜਾ ਬੰਬੇ ਹਾਈ ਕੋਰਟ ਨੇ ਡਿਜੀਟਲ ਪਲੇਟਫਾਰਮਸ ਲਈ ਕੁਝ ਚੀਜ਼ਾਂ ਅੱਗੇ ਵਧਾਈਆਂ ਨੇ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਜੀ ਬਿਲਕੁਲ, ਸਭ ਤੋਂ ਇੰਪੋਰਟੈਂਟ ਹੈ ਕਿ ਚੀਫ ਖਾਲਸਾ ਦੀਵਾਨ ਜਿਹੜੇ ਡਾਕਟਰ ਇੰਦਰਜੀਤ ਸਿੰਘ ਨਿੱਜਰ ਉਹਨਾਂ ਨੇ ਵੀ ਯੂਸੀਸੀ ਉਹਨਾਂ ਦਾ ਵਿਰੋਧ ਕੀਤਾ ਹੈ ਔਰ ਚੀਫ ਖਾਲਸਾ ਦੀਵਾਨ ਔਰ ਡਾਕਟਰ ਇੰਦਰਬੀਰ ਸਿੰਘ ਨਿੱਜਰ ਉਹ ਪਹਿਲੇ ਮੰਤਰੀ ਵੀ ਰਹਿ ਚੁੱਕੇ ਨੇ, ਆਮ ਆਦਮੀ ਪਾਰਟੀ ਦੇ ਐਮਐਲਏ ਵੀ ਹੈਗੇ ਨੇ ਔਰ ਉਹਨਾਂ ਨੇ ਵੀ ਯੂਸੀਸੀ ਦੇ ਵਿਰੁੱਧ ਬਿਆਨ ਦੇ ਕੇ, ਖਾਸ ਕਰਕੇ ਆਪਣੇ ਹੀ ਰਾਜ ਸਭਾ ਸਾਂਸਦ ਸੰਦੀਪ ਪਾਠਕ ਉਹਨਾਂ ਦਾ, ਭਗਵੰਤ ਮਾਨ ਉਹਨਾਂ ਦੀ ਤਰਜ਼ ਦੇ ਉੱਤੇ ਉਹਨਾਂ ਨੇ ਵੀ ਉਹਦੇ ਉੱਤੇ ਆਬਜੈਕਸ਼ਨ ਲਾਏ ਸੀਗੇ। ਹੁਣ ਨਿੱਜਰ ਸਾਹਿਬ ਵੀ ਮਾਨ ਸਾਹਿਬ ਦੇ ਨਾਲ ਖੜੇ ਹੋਏ ਨਜ਼ਰ ਆਉਂਦੇ ਨੇ ਔਰ ਸੰਦੀਪ ਪਾਠਕ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਸਟੈਂਡ ਹੈ ਉਹਦੇ ਉੱਤੇ ਦੁਬਾਰਾ ਕੋਈ ਕਲੈਰੀਫਿਕੇਸ਼ਨ ਹਜੇ ਤੱਕ ਨਹੀਂ ਆਇਆ। ਪਰ ਹਾਂ, ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨਿੱਜਰ ਸਾਹਿਬ ਤੇ ਦੂਜੇ ਭਗਵੰਤ ਮਾਨ ਉਹਨਾਂ ਮੁੱਖ ਮੰਤਰੀ, ਉਹ ਯੂਸੀਸੀ ਦੇ ਅਗੇਂਸਟ ਆਪਣੇ ਬਿਆਨ ਪਹਿਲੇ ਹੀ ਦੇ ਚੁੱਕੇ ਨੇ। ਭਾਸਕਰ ਸਾਹਿਬ, ਨਿੱਜਰ ਸਾਹਿਬ, ਡਾਕਟਰ ਨਿੱਜਰ ਕੋਲੇ ਦੂਜਾ ਰਸਤਾ ਨਹੀਂ ਬਚਦਾ। ਉਹ ਇੱਕ ਸਿੱਖ ਬਾਡੀ ਹੈ
ਜਿਹੜੀ ਸਕੂਲ ਚਲਾਉਂਦੀ ਆ, ਇੱਕ ਯਤੀਮਖਾਨਾ ਚਲਾਉਂਦੀ ਆ, ਸਿੱਖ ਹਲਕਿਆਂ ਚ ਉਹਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ ਹੈ। ਤੇ ਡਾਕਟਰ ਨਿੱਜਰ ਕੁਦਰਤੀ ਤੌਰ ਤੇ ਉਹਦੇ ਪ੍ਰਧਾਨ ਦੀ ਹੈਸੀਅਤ ਦੇ ਵਿੱਚ ਬਾਹਰ ਨਹੀਂ ਜਾ ਸਕਦੇ। ਉਹਨਾਂ ਨੇ ਉਹ ਜਿਹੜਾ ਸਟੈਂਡ ਆ ਉਹ ਬਤੌਰ ਚੀਫ ਖਾਲਸਾ ਦੀਵਾਨ ਦੇ ਪ੍ਰੈਜ਼ੀਡੈਂਟ ਲਿਆ। ਅਦਰਵਾਈਜ਼ ਉਹ ਐਮਐਲਏ ਵਜੋਂ ਸ਼ਾਇਦ ਇਸ ਗੱਲ ਨੂੰ ਕਲੈਰੀਫਾਈ ਕਰ ਦੇਣ ਕਿ ਉਹ ਪਾਰਟੀ ਦੀ ਲਾਈਨ ਨਾਲ ਹੀ ਆ ਮੈਂ, ਤੇ ਇਹ ਮੈਨੂੰ ਲੱਗਦਾ ਉਹਨਾਂ ਲਈ ਕਾਫੀ ਔਖਾ ਹੈ। ਡਾਕਟਰ ਨਿੱਜਰ ਜੇ ਮੰਤਰੀ ਰਹਿੰਦੇ ਤੇ ਅਸੀਂ ਤਾਂ ਉਹਨਾਂ ਨੂੰ ਸੁਝਾਅ ਦਿੱਤਾ ਵੀ ਉਹ ਛੱਡ ਦੇਣ, ਪਰ ਹੁਣ ਜਦੋਂ ਮੰਤਰੀਸ਼ਿਪ ਲੈ ਲਈ ਉਹਨਾਂ ਤੋਂ, ਤੇ ਹੁਣ ਸਿੱਖ ਬਾਡੀ ਦੇ ਪ੍ਰਧਾਨ ਤਾਂ ਬਣੇ ਰਹਿਣਾ ਉਹਨਾਂ ਦਾ ਬਣਦਾ ਹੀ ਆ। ਅਗਲੀ ਗੱਲ ਜਿਹੜੀ ਬੰਬੇ ਹਾਈ ਕੋਰਟ ਦਾ ਫੈਸਲਾ, ਬਹੁਤ ਕਾਹਲੀ ਚ ਲੈਂਦੇ ਆ ਦੋ ਤਿੰਨ ਮਾਮਲੇ, ਕਿਉਂਕਿ ਮੈਂ ਇੰਦਰਪ੍ਰੀਤ ਜੀ ਤੋਂ ਚੱਟੋਪਾਧਿਆਏ ਸਾਹਿਬ ਵਾਲਾ ਮਾਮਲਾ ਵੀ ਲੈਣਾ ਕਿ ਉਹਨਾਂ ਨੂੰ ਕਿਉਂ ਕਟਹਿਰੇ 'ਚ ਖੜਾ ਕੀਤਾ। ਜਿੱਥੇ ਤੱਕ ਬੰਬੇ ਹਾਈ ਕੋਰਟ ਦੀ ਗੱਲ ਹੈਗੀ ਹੈ, ਪਿਛਲੇ ਦਿਨਾਂ ਦੇ ਵਿੱਚ ਫੇਕ ਨਿਊਜ਼ ਨੂੰ ਲੈ ਕੇ, ਔਰ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਫੇਕ ਨਿਊਜ਼ ਨੂੰ ਲੈ ਕੇ ਕਾਫੀ ਹਿਊ ਐਂਡ ਕਰਾਈ। ਕੇਂਦਰ ਦੇ ਵਿੱਚ ਵੀ ਬੜਾ ਜ਼ਬਰਦਸਤ ਤਰੀਕੇ ਨਾਲ ਅਨੁਰਾਗ ਠਾਕੁਰ ਉਹਨਾਂ ਨੇ ਵੀ ਇਸ ਮੁੱਦੇ ਨੂੰ ਛੇੜਿਆ ਸੀਗਾ, ਤੇ ਆਈਟੀ ਰੂਲਸ ਦੇ ਵਿੱਚ ਕੁਝ ਚੇਂਜ ਕੀਤੇ ਗਏ। ਇੱਕ ਫੈਕਟ ਚੈੱਕ ਕਮੇਟੀ ਬਣਾਈ ਗਈ, ਉਸ ਕਮੇਟੀ ਦੇ ਉੱਤੇ ਸੁਣਵਾਈ ਸੀਗੀ, ਕਿਉਂਕਿ ਕੁਝ ਲੋਕਾਂ ਨੇ, ਖਾਸ ਕਰਕੇ ਉਹ ਸਟੈਂਡਿੰਗ ਕਮੇਟੀ ਦੇ ਜਿਹੜੇ ਕੁਮਰਾ ਹੋਣਾ ਹੈਗੇ ਨੇ, ਉਹਨਾਂ ਨੇ ਇਹਨੂੰ ਕਾਮੇਡੀਅਨ ਸਟੈਂਡਿੰਗ ਕਮੇਟੀ ਦੇ ਕੁਨਾਲ ਕੁਮਰਾ, ਉਹਨਾਂ ਨੇ ਵੀ ਇਸ ਨੂੰ ਚੈਲੰਜ ਕੀਤਾ ਸੀਗਾ, ਔਰ ਐਡੀਟਰਸ ਗਿਲਡ ਦੀ ਤਰਫੋਂ ਵੀ ਕੁਝ ਆਬਜੈਕਸ਼ਨ ਆਏ ਸੀਗੇ ਕਿ ਇੰਨੇ ਸਖਤ ਰੂਲ ਬਣਾਉਣ ਦੀ ਲੋੜ ਸੀਗੀ। ਸੋਸ਼ਲ ਮੀਡੀਆ ਦੇ ਉੱਤੇ ਫੈਕਟ ਚੈਕਿੰਗ ਕਮੇਟੀ ਜੇ ਸਰਕਾਰ ਨੇ ਬਣਾਈ ਹੈ ਤੇ ਇਹਦਾ ਮਤਲਬ ਸਰਕਾਰ ਕੋਲ ਸਾਰੇ ਰਾਈਟ ਹੋ ਗਏ, ਜਿਹਨੂੰ ਮਰਜ਼ੀ ਫੇਕ ਡਿਕਲੇਅਰ ਕਰ ਦੋ, ਜਿਹਨੂੰ ਮਰਜ਼ੀ ਸਹੀ ਡਿਕਲੇਅਰ ਕਰ ਦੋ। ਉਹਦੇ ਉੱਤੇ ਟਿੱਪਣੀ ਕਰਦੇ ਹੋਏ ਮੁੰਬਈ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਚੀਂਟੀ ਨੂੰ ਮਾਰਨ ਵਾਸਤੇ ਕੀ ਹਥੌੜੇ ਦੀ ਲੋੜ ਹੁੰਦੀ ਹੈ, ਯਾਨੀ ਸਖਤ ਕਾਨੂੰਨ ਬਣਾਉਣ ਦੀ ਲੋੜ ਸੀਗੀ, ਲੇਕਿਨ ਜਦ ਤੁਸੀਂ ਫੈਕਟ ਚੈਕਿੰਗ ਕਮੇਟੀ ਬਣਾਈ ਦਿੱਤੀ, ਔਰ ਉਸ ਮੁੱਦੇ ਦੇ ਉੱਤੇ ਅਪੀਲ ਕੌਣ ਕਰ ਸਕਦਾ ਔਰ ਕਿੱਥੇ ਜਾਏਗਾ ਅਪੀਲ ਕਰਨ ਵਾਸਤੇ? ਅਲਟੀਮੇਟਲੀ ਤੇ ਕੋਰਟਾਂ ਦੀ ਹੀ ਰਾਹ ਕਰਨੀ ਪਏਗੀ। ਇਸ ਮੁੱਦੇ ਦੇ ਉੱਤੇ ਹਜੇ ਬਹਿਸ ਜਾਰੀ ਹੈ, ਔਰ ਆਉਣ ਵਾਲੇ ਟਾਈਮ ਵਿੱਚ ਜਿਹੜੀ ਫੈਕਟ ਚੈਕਿੰਗ ਕਮੇਟੀ ਬਣਾਈ ਹੈ ਉਹਦਾ ਤੌਰ ਤਰੀਕਾ, ਉਹਦੇ ਕੀਤੇ ਹੋਏ ਫੈਸਲਿਆਂ ਦੇ ਉੱਤੇ ਕੋਰਟਾਂ ਦੇ ਵਿੱਚ ਹੋਰ ਵੀ ਪਟੀਸ਼ਨ ਆ ਸਕਦੀ। ਸਰਕਾਰਾਂ ਦੇ ਡਰ ਨਹੀਂ ਸਮਝ ਆਉਂਦੇ, ਸਰਕਾਰਾਂ ਡਰੀਆਂ ਰਹਿੰਦੀਆਂ, ਮੀਡੀਆ ਨਾਲ ਕਦੇ ਦੋਸਤੀ, ਕਦੇ ਜਿਹੜੇ ਨਹੀਂ ਮੰਨਦੇ ਬਾਂਹ ਮਰੋੜ ਲਓ, ਨਹੀਂ ਤਾਂ ਫਿਰ ਚੱਕੀ ਦਿਓ ਫੱਟਾ, ਕਿਸੇ ਦਾ ਪੇਜ ਉਡਾ ਦਿਓ, ਕਿਸੇ ਦਾ ਬੈਨ ਕਰ ਦਿਓ, ਕੁਛ ਕਰ ਦਿਓ, ਚਲੋ ਖੈਰ ਚੱਲਦਾ ਰਹਿੰਦਾ, ਇਹ ਲਾਈਫ ਐਵੇਂ ਹੀ ਚੱਲਦਾ। ਇੰਦਰਪ੍ਰੀਤ ਜੀ, ਕਾਫੀ ਰੌਲੇ ਪਏ, ਔਰ ਰੌਲੇ ਲਗਾਤਾਰ ਪਏ ਕਿ ਸੀਲਬੰਦ ਰਿਪੋਰਟਾਂ ਨੇ, ਸੀਲਬੰਦ ਰਿਪੋਰਟਾਂ ਖੁੱਲ ਗਈਆਂ, 3 ਖੁੱਲ ਗਈ, ਚੌਥੀ ਰੱਖ ਲਈ, ਕਹਿੰਦੇ ਨਹੀਂ ਖੋਲਣੀ। ਇਹਦੇ ਵਿੱਚ ਪ੍ਰੋਟੋਕਾਲ ਫੋਲੋ ਨਹੀਂ ਕੀਤਾ ਗਿਆ, ਇਹਦੇ ਵਿੱਚ ਸਿਰਫ ਚੱਟੋਪਾਧਿਆਏ ਸਾਹਿਬ ਦੇ ਸਾਈਨ ਨੇ, ਸਾਬਕਾ ਡੀਜੀਪੀ ਸਾਹਿਬ ਦੇ। ਪਤਾ ਲੱਗਿਆ ਉਹਦੇ ਵਿੱਚ 2 ਸਾਬਕਾ ਡੀਜੀਪੀ ਦਾ ਜ਼ਿਕਰ ਕੀਤਾ ਹੋਇਆ, ਉਹ ਦੋਨੇ ਵੀ ਧਿਰ ਬਣ ਗਏ, ਉਹ ਕਹਿੰਦੇ ਨਹੀਂ ਖੋਲੋ, ਇਹ ਤਾਂ ਬਣਦੀ ਨਹੀਂ ਖੋਲਣੀ, ਕਿਉਂਕਿ 3 ਦੇ ਵਿੱਚੋਂ ਇੱਕੋ ਦੇ ਸਾਈਨ ਆ। ਸੋ ਇਹ ਸਾਰੇ ਰੌਲੇ ਦੇ ਵਿੱਚ ਕੱਲ ਜਦੋਂ ਸੁਣਵਾਈ ਹੋ ਰਹੀ ਸੀਗੀ, ਤੇ ਚੱਟੋਪਾਧਿਆਏ ਸਾਹਿਬ ਦੇ ਮਾਮਲੇ ਨੂੰ ਦੂਜੇ ਐਂਗਲ ਤੋਂ ਵੀ ਦੇਖਿਆ ਗਿਆ ਵੀ ਜਿਹੜੀ ਇੱਥੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਜਿਹੜੇ, ਉਹਨਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਦੀ ਸੁਸਾਈਡ ਦਾ ਮਾਮਲਾ ਜਿਹੜਾ, ਉਹਦੇ ਵਿੱਚ ਚੱਟੋਪਾਧਿਆਏ ਸਾਹਿਬ ਕਿੱਥੋਂ ਆ ਗਏ? ਮਤਲਬ ਇਹ ਹਾਈ ਕੋਰਟ ਦੇ ਵਿੱਚ ਹੋਇਆ ਕੀ? ਮੈਨੂੰ ਤਾਂ ਗੁੰਝਲਦਾਰ ਜਿਹਾ ਮਾਮਲਾ ਲੱਗੀ ਜਾਂਦਾ। ਨਸ਼ਿਆਂ ਤੋਂ ਗੱਲ ਤੁਰਦੀ ਖੁਦਕੁਸ਼ੀ ਵਾਲੇ ਪਾਸੇ ਆ ਗਈ, ਤੇ ਵਿੱਚ ਚੱਟੋਪਾਧਿਆਏ ਸਾਹਿਬ ਨੂੰ ਵੀ ਔਰ ਗਵਰਨਮੈਂਟ ਨੂੰ ਕਿਹਾ ਗਿਆ ਵੀ ਤੁਸੀਂ ਇਹਦਾ ਜਵਾਬ ਦਿਓ। 17 ਤਰੀਕ ਹੀ ਸ਼ਾਇਦ ਰੱਖਤੀ ਗਈ ਹੈ ਵੀ ਸੋਮਵਾਰ ਲਿਆਓ ਜੀ ਸਾਰਾ। ਜੀ ਬਿਲਕੁਲ, ਇਹਦੇ ਵਿੱਚ ਤਾਂ ਜਿਹੜਾ ਇੰਦਰਪ੍ਰੀਤ ਚੱਡਾ ਹੋਰਾਂ ਨੇ ਜਿਹੜਾ ਸੁਸਾਈਡ ਕੀਤਾ ਸੀਗਾ, ਉਹਦੇ ਵਿੱਚ ਹਾਈ ਕੋਰਟ ਨੇ ਪੁੱਛਿਆ ਕਿ ਕੀ ਸਿਧਾਰਥ ਚੱਟੋਪਾਧਿਆਏ ਦਾ ਵੀ ਉਹਦੇ ਵਿੱਚ ਨਾਮ ਸੀਗਾ, ਜਿਹੜੀ ਉਹ ਜਾਂਚ ਹੋਈ ਹੈ, ਇਹ ਪੁੱਛਿਆ ਗਿਆ। ਹੁਣ ਇਸ ਤੇ ਜਵਾਬ ਦੇਣਾ ਹੈ ਸਰਕਾਰ ਨੇ, ਉਹ ਜਿਹੜੇ ਉਹਦੇ ਲਈ 17 ਤਰੀਕ ਰੱਖਤੀ ਹੈ। ਅਦਰਵਾਈਜ਼ ਆਪਾਂ ਰੰਧਾਵਾ ਸਾਹਿਬ ਇਸ ਤੇ ਪਹਿਲਾਂ ਵੀ ਇੱਕ ਵਾਰ ਡਿਸਕਸ ਕੀਤਾ ਸੀਗਾ ਕਿ ਜਿਹੜੀਆਂ 3 ਰਿਪੋਰਟਾਂ ਤਾਂ ਡਰੱਗਸ ਦੇ ਉੱਤੇ ਖੁੱਲ ਚੁੱਕੀਆਂ, ਚੌਥੀ ਅਜੇ ਸੀਲ ਬੰਦ ਹੈ, ਤੇ ਜਿਹਦੇ ਬਾਰੇ ਜਿਹੜੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਔਰ ਦਿਨਕਰ ਗੁਪਤਾ, ਇਹਨਾਂ ਦੋਨਾਂ ਨੇ ਇਹ ਲਗਾਇਆ ਸੀਗਾ ਕਿ ਦਿਨਕਰ ਗੁਪਤਾ ਨੂੰ ਜਿਹੜਾ ਹੈਗਾ ਉਹ ਨਾ ਬਣ ਜਾਣ, ਕੀ ਬੋਲਦੇ, ਡੀਜੀਪੀ ਨਾ ਬਣਨ, ਉਹਦੇ ਲਈ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਲਈ ਉਹਨਾਂ ਦਾ ਨਾਮ ਘਸੀਟਿਆ ਗਿਆ। ਅਦਰਵਾਈਜ਼ ਇਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਇਹ ਜਿਹੜੀ ਚੌਥੀ ਰਿਪੋਰਟ ਹੈਗੀ ਹੈ ਉਹ ਟੋਟਲ ਅਫਸਰਾਂ ਦੀ ਆਪਣੀ ਰਾਈਵਲਰੀ ਦੇ ਉੱਤੇ ਹੀ ਹੈ ਕਿ ਕੌਣ ਅੱਗੇ ਨਿਕਲਦਾ ਹੈ ਡੀਜੀਪੀ ਬਣਨ ਦੀ ਪੋਸਟ ਤੇ। ਕਿਸੇ ਦਾ ਨਾਮ ਖਰਾਬ ਕਰ ਦੋ। ਤੁਹਾਨੂੰ ਪਤਾ ਜਦੋਂ ਪੈਨਲ ਜਾਂਦਾ ਹੁੰਦਾ ਯੂਪੀਐਸਸੀ ਕੋਲੇ, ਉਦੋਂ ਬਹੁਤ ਇਹ ਜਿਹੀਆਂ ਚੀਜ਼ਾਂ ਬਹੁਤ ਕਲੀਅਰ ਲਿਖਣੀਆਂ ਪੈਂਦੀਆਂ ਕਿ ਇਹਦੇ ਉੱਤੇ ਕੋਈ ਕੇਸ ਤਾਂ ਨਹੀਂ ਚੱਲ ਰਿਹਾ, ਕਿ ਇਹਦੀ ਇਨਵੋਲਵਮੈਂਟ ਤਾਂ ਨਹੀਂ ਹੈ ਡਰੱਗਸ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਤੇ ਜੇ ਤੁਸੀਂ ਉਦੋਂ ਇਸ ਤਰ੍ਹਾਂ ਦੀ ਕੋਈ ਰਿਪੋਰਟ ਦੇਖ ਕੇ, ਜਿਵੇਂ ਕਿ ਚੌਥੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੀ ਸ਼ਮੂਲੀਅਤ ਸੀਗੀ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਦੀ, ਤਾਂ ਇਹ ਉੱਥੇ ਐਲੀਗੇਸ਼ਨ ਲਗਾਇਆ ਗਿਆ ਕਿ ਨਹੀਂ ਜੀ, ਇਹ ਜਿਹੜੀ ਹੈਗੀ ਹੈ
ਸਾਡੀ ਛਵੀ ਨੂੰ ਖਰਾਬ ਕਰਨ ਲਈ ਇਹਨਾਂ ਨੇ ਲਗਾਇਆ ਸੀ। ਇਸ ਕਰਕੇ ਇਸ ਰਿਪੋਰਟ ਨੂੰ ਖੋਲਣ ਦੀ ਲੋੜ ਨਹੀਂ ਹੈਗੀ। ਹੁਣ ਦੇਖੋ 17 ਤਰੀਕ ਨੂੰ ਇਹਦੇ ਉੱਤੇ ਜਿਹੜਾ ਜਵਾਬ ਦੇਣਾ ਹੈ ਉਹ ਬੜਾ ਇੰਟਰਸਟਿੰਗ ਹੋਊਗਾ ਵੀ ਉਹ ਕੀ ਹੈ, ਕੀ ਸਿਧਾਰਥ ਚੱਟੋਪਾਧਿਆਏ ਦੀ ਕੋਈ ਭੂਮਿਕਾ ਹੈ ਕਿ ਇੰਦਰਪ੍ਰੀਤ ਚੱਡਾ ਹੋਰਾਂ ਨੇ ਜੋ ਸੁਸਾਈਡ ਕੀਤਾ ਹੈ ਉਹਦੇ ਵਿੱਚ ਇਹਨਾਂ ਦਾ ਕੋਈ ਰੋਲ ਹੈ ਕਿ ਨਹੀਂ ਹੈ। ਜੀ, ਜਿਹੜੇ ਆਮ ਲੋਕ ਆ ਨਾ, ਜਿਹੜੇ ਬਹੁਤ ਦੂਰ ਬੈਠੇ ਆ, ਭਾਸਕਰ ਸਾਹਿਬ ਮੈਂ ਆਉਣਾ ਤੁਹਾਡੇ ਵੱਲ, ਜਿਹੜੇ ਦੂਰ ਬੈਠੇ ਆ ਉਹਨਾਂ ਨੂੰ ਲੱਗਦਾ ਵੀ ਅੱਛਾ ਯਾਰ ਆ ਲੜਾਈਆਂ ਸਾਡੇ ਹੀ ਇੱਥੇ ਆ, ਸ਼ਰੀਕਾ ਵੱਟ ਦਾ ਸ਼ਰੀਕਾ, ਹੋਰ ਨਿੱਕੇ ਨਿੱਕੇ ਮਾਮਲਿਆਂ 'ਚ ਲੜਾਈ ਝਗੜੇ, ਇਹ ਵੱਡੇ ਅਫਸਰਾਂ 'ਚ ਵੀ ਸ਼ਰੀਕੇ ਇਦਾਂ ਹੀ ਹੁੰਦੇ ਆ। ਹੁਣ ਉਹ ਸ਼ਰੀਕੇ ਵੱਡੇ ਪੱਧਰ ਤੇ ਨਜਿੱਠੇ ਜਾਂਦੇ ਆ। ਜਿੱਥੇ ਤੱਕ ਗੱਲ ਇੰਦਰਪ੍ਰੀਤ ਚੱਡਾ ਉਹਨਾਂ ਦੀ ਸੁਸਾਈਡ ਦੀ ਗੱਲ ਕਰੀਏ, ਔਰ ਹਾਈ ਕੋਰਟ ਨੇ ਜਿਹੜਾ ਸਰਕਾਰ ਤੋਂ ਜਵਾਬ ਮੰਗਿਆ ਕਿ ਉਹਨਾਂ ਦੀ ਕੀ ਭੂਮਿਕਾ ਸੀ, ਮੈਨੂੰ ਯਾਦ ਹੈ 2018 ਦੇ ਵਿੱਚ ਚਰਨਜੀਤ ਸਿੰਘ ਚੱਡਾ ਚੀਫ ਖਾਲਸਾ ਦੀਵਾਨ ਦੇ ਮੁਖੀ, ਉਹਨਾਂ ਦੇ ਉੱਤੇ ਇੱਕ ਐਲੀਗੇਸ਼ਨ ਲੱਗੇ ਸੀ ਮੋਲੈਸਟੇਸ਼ਨ ਦੇ, ਕੁਝ ਵਾਇਰਲ ਵੀ ਹੋਈ ਸੀ ਵੀਡੀਓ। ਉਹਨਾਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਦਰਪ੍ਰੀਤ ਚੱਡਾ ਜਿਹੜੇ ਉਹਨਾਂ ਦੇ ਪੁੱਤਰ ਸੀ ਉਹ ਡਿਸਟਰਬ ਹੋਏ ਸੀ, ਉਹਨਾਂ ਨੇ ਸੁਸਾਈਡ ਕਰ ਲਈ ਸੀ, ਔਰ ਉਸ ਸੁਸਾਈਡ ਨੋਟ ਦੇ ਵਿੱਚ ਚੱਟੋਪਾਧਿਆਏ ਉਹਨਾਂ ਦਾ ਨਾਂ ਸੀਗਾ। ਇਸ ਮੁੱਦੇ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਪੋਲਿਟਿਕਸ ਤੇ ਹੋਈ ਬਹੁਤ ਜ਼ਿਆਦਾ, ਪਰ ਉਹਨਾਂ ਦੇ ਨਾਂ ਆਉਣ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਸ਼ਾਇਦ ਬਹੁਤਾ ਨਹੀਂ ਹੋਇਆ। ਇਹ ਹੁਣ ਜਿਹੜਾ ਪੁੱਛਿਆ ਸੁਪਰੀਮ ਹਾਈ ਕੋਰਟ ਨੇ ਕਿ ਦੱਸੋ ਇਹਨਾਂ ਦਾ ਨਾਂ ਜਾਂ ਕੋਈ ਉਸ ਕੇਸ ਦੇ ਵਿੱਚ ਸੀਗਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੁਸਾਈਡ ਨੋਟ ਦੇ ਵਿੱਚ ਇਹ ਨਾਂ ਲਿਖਿਆ ਹੋਇਆ ਸੀ ਚੱਟੋਪਾਧਿਆਏ ਸਾਹਿਬ ਦਾ। ਹੁਣ ਇਸ ਮੁੱਦੇ ਦੇ ਉੱਤੇ ਸਰਕਾਰ ਕੀ ਜਵਾਬ ਦਿੰਦੀ ਹੈ, ਔਰ ਇਸ ਮੁੱਦੇ ਨੂੰ ਲੈ ਕੇ ਜਿਹੜੀ ਚੌਥੀ ਰਿਪੋਰਟ ਹੈ ਉਹ ਹਜੇ ਤੱਕ ਨਹੀਂ ਖੁੱਲੀ। ਕਾਰਨ ਕਿ ਸੁਰੇਸ਼ ਅਰੋੜਾ ਉਹਨਾਂ ਨੇ ਇਹ ਗੱਲ ਕਹੀ ਸੀ ਕਿਉਂਕਿ ਉਹਨਾਂ ਦਾ ਨਾਂ ਸੀਗਾ ਇਸ ਮੁੱਦੇ ਦੇ ਉੱਤੇ ਸਾਡੇ ਤੋਂ ਕੋਈ ਬਦਲਾ ਲੈਣ ਵਾਸਤੇ ਜਾਂ ਕੋਈ ਹੋਰ ਚੀਜ਼ ਵਾਸਤੇ। ਚੌਥੀ ਰਿਪੋਰਟ ਦੇ ਵਿੱਚ ਸਾਨੂੰ ਇੱਕ ਤਰੀਕੇ ਨਾਲ ਜਿਹੜਾ ਪ੍ਰੋਫੈਸ਼ਨਲ ਜਾਂ ਇੱਕ ਰਾਈਵਲਰੀ ਹੁੰਦੀ ਹੈ, ਜਾਂ ਫਿਰ ਜਦ ਤੁਸੀਂ ਨੌਕਰੀ ਦੇ ਵਿੱਚ ਰੈਂਕ ਤੁਹਾਡੇ ਸੇਮ ਹੁੰਦੇ ਨੇ, ਉਹਦੇ ਵਿੱਚ ਵੀ ਜੈਲਸੀ ਰਾਈਵਲਰੀ ਕਈ ਚੀਜ਼ਾਂ ਆਉਂਦੀ ਹੈ। ਇਸ ਕਰਕੇ ਇਹ ਰਿਪੋਰਟ ਹਜੇ ਤੱਕ ਨਹੀਂ ਖੁੱਲੀ, ਪਰ ਹੁਣ 17 ਜੁਲਾਈ ਨੂੰ ਰਿਪੋਰਟ ਸਰਕਾਰ ਕੀ ਦਿੰਦੀ ਹੈ, ਉਸ ਸੁਸਾਈਡ ਨੋਟ ਦਾ ਜ਼ਿਕਰ ਵੀ ਕਰਨਾ ਹੀ ਪਏਗਾ। ਉਸ ਤੋਂ ਬਾਅਦ ਕਾਰਵਾਈ ਕੀ ਕੀਤੀ ਇਹ ਵੀ ਦੱਸਣਾ ਪਏਗਾ। ਇਹ ਸਾਰੀ ਗੱਲਾਂ ਹੁਣ ਕੋਰਟਾਂ ਦੇ ਵਿੱਚ ਅੱਗੇ ਵਧਦੀ ਹੋਈ ਨਜ਼ਰ ਆ ਰਹੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।